BTV देख रहे ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸ਼ਵੀ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਬ੍ਰਾਈਟ ਵੇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਅ ਵੈਰੀ ਗੁੱਡ ਮਾਰਨਿੰਗ। ਅੱਜ ਮੰਗਲਵਾਰ ਦੀ ਬਹੁਤ ਹੀ ਸੋਹਣੀ ਸਵੇਰ ਹੈ। ਅਗਸਤ 29 2023 8 ਵੱਜ ਚੁੱਕੇ ਨੇ ਔਰ ਹਮੇਸ਼ਾ ਦੀ ਤਰ੍ਹਾਂ ਹੀ ਮੇਰੇ ਨਾਲ ਹੈਗੇ ਨੇ ਜੀ ਸਾਡੇ ਸਾਥੀ ਹੋਸਟ ਔਰ ਸੀਨੀਅਰ ਪੱਤਰਕਾਰ ਸੁਰਿਤਮ ਸਿੰਘ ਰਾਏ ਸਾਹਿਬ। ਸਭ ਤੋਂ ਪਹਿਲਾਂ ਉਹਦਾ ਵੈਲਕਮ ਕਰਦੇ ਹਾਂ ਭਾਜੀ। ਗੁੱਡ ਮਾਰਨਿੰਗ, ਵੈਲਕਮ। ਧੰਨਵਾਦ ਸ਼ਵੀ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ, ਦੇਖਣ ਵਾਲਿਆਂ ਨੂੰ ਤੇ ਸੁਣਨ ਵਾਲਿਆਂ ਨੂੰ। ਅੱਜ ਥੋੜਾ ਲੇਟ ਹੋ ਗਿਆ ਤੁਸੀਂ, ਮੈਂ ਤੁਹਾਨੂੰ ਕਹਿ ਸਕਦਾ ਅੱਜ ਤਾਂ ਤੋ ਤੁਹਾਡੀ ਮਰਜ਼ੀ ਹੈ। ਠੀਕ ਹੈ, ਉਹ ਤਾਂ ਤੁਸੀਂ ਹਮੇਸ਼ਾ ਹੀ ਕਹਿ ਸਕਦੇ ਆ। ਹਾਂ ਨਹੀਂ ਕਹਿਣਾ ਚਾਹੀਦਾ, ਮੈਨੂੰ ਲੱਗਦਾ ਕਈ ਵਾਰ। ਬਿਲਕੁਲ ਬਿਲਕੁਲ ਬਿਲਕੁਲ। ਠੀਕ ਹੈ, ਦੇਖੋ ਆਪਾਂ ਤਾਂ ਸਿੰਪਲ ਜਿਹਾ ਰੱਖਿਆ ਕੰਮ। ਹਾਂ, ਨੌਕਰੀ ਕੀ ਤੇ ਨਖਰਾ। ਆਏ ਹਾਏ ਹਾਏ ਹਾਏ, ਕੀ ਬਾਤ ਹੈ, ਕੀ ਬਾਤ ਹੈ। ਏਦਾਂ ਦੀ ਨੌਕਰੀ ਔਰ ਏਦਾਂ ਨਖਰਾ, ਹਾਂ ਸਾਰਾ ਦਾ ਕੋਲ ਨਖਰੇ ਦਾ ਮਤਲਬ ਹੀ ਨਹੀਂ ਕੋਈ। ਸਹੀ ਹੈ। ਸੋ ਭਾਜੀ ਅੱਜ ਮੰਗਲਵਾਰ ਦੀ ਸਵੇਰ ਹੈ, 8 ਵੱਜ ਚੁੱਕੇ ਨੇ। ਹਾਂ, ਔਰ ਮੋਟੀਵੇਸ਼ਨਲ ਜਿਹੜਾ ਤੁਹਾਡਾ ਥਾਟ ਹੈ ਉਹ ਬਣਦਾ ਹੈ, ਕਿਉਂਕਿ ਹੁਣ ਵਰਕ ਵੀਕ ਦੇ ਵਿੱਚ ਅਸੀਂ ਦੂਜੇ ਦਿਨ ਪਹੁੰਚ ਗਏ ਹਾਂ। ਤਾਂ ਕਈ ਵਾਰ ਨਾ ਲੋਕੀ ਬੜੇ ਥੱਕੇ ਜਿਹੇ ਮਹਿਸੂਸ ਕਰਦੇ ਨੇ ਮੰਗਲਵਾਰ ਨੂੰ। ਉਹ ਕਹਿੰਦੇ ਨੇ ਰਾਏ ਸਾਹਿਬ ਦੀ ਡਾਇਰੀ ਦੇ ਵਿੱਚ ਜਦੋਂ ਮੋਟੀਵੇਸ਼ਨਲ ਥਾਟ ਆਉਂਦਾ। ਤੁਸੀਂ ਥੱਕੇ ਲੋਕਾਂ ਦੀ ਗੱਲ ਕਰਦੇ ਕਿ ਮੇਰੀ ਗੱਲ ਕਰਦੇ? ਤੁਸੀਂ ਵੀ ਲੱਗ ਰਹੇ ਹੋ ਮੈਨੂੰ ਥੋੜਾ ਜਿਹਾ, ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ। ਤੁਹਾਨੂੰ ਵੈਸੇ ਲੱਗਦਾ। ਚਲੋ ਤੁਹਾਨੂੰ ਚਾਰਜ ਦਾ ਕਾਫੀ ਨਹੀਂ ਨਾ ਲੱਗਿਆ ਤਾਂ ਲੱਗਦਾ। ਕਾਫੀ ਮੈਂ ਲਿਆਇਆ ਸੀ, ਉਹ ਠੰਡੀ ਹੋ ਕੇ ਫਿਰ ਬਸ ਦੱਸੋ। ਲੇਟ ਹੋ ਤੁਸੀਂ ਆਏ ਤੇ ਕੋਈ ਗੱਲ ਨਹੀਂ, ਕੋਈ ਨਹੀਂ। ਸੋ ਮੋਟੀਵੇਸ਼ਨਲ ਥਾਟ ਕੀ ਹੈ ਭਾਜੀ ਮੰਗਲਵਾਰ ਦਾ? ਦੇਖੋ, ਜਦੋਂ ਆਪਾਂ ਸ਼ੁਰੂ ਕਰਦੇ ਨਾ ਪ੍ਰੋਗਰਾਮ, ਹਰ ਰੋਜ਼ ਕੋਈ ਨਾ ਕੋਈ ਕੁਛ ਨਾ ਕੁਛ ਜੀ ਚੰਗਾ, ਜਿਹਦੇ ਤੇ ਅਸੀਂ ਵੀ ਕੁਛ ਨਾ ਕੁਛ ਕਰੀਏ, ਅਮਲ ਕਰੀਏ। ਹਾਂਜੀ। ਤੇ ਜਿਹੜੇ ਸਾਡੇ ਸੁਣਨ ਤੇ ਦੇਖਣ ਵਾਲੇ ਆ ਜੀ, ਉਹ ਵੀ ਥੋੜਾ ਬਹੁਤਾ ਅਮਲ ਕਰਨ ਜੀ। ਸੋ ਅੱਜ ਦਾ ਜਿਹੜਾ ਥਾਟ ਇਹ ਹੈ, ਜ਼ਿੰਦਗੀ ਦੀ ਦੌੜ 'ਚ ਜਦੋਂ ਤੁਸੀਂ ਭੱਜ ਭਜਾਈ ਕਰਦੇ ਆ, ਜ਼ਿੰਦਗੀ 'ਚ ਦੀ ਦੌੜ 'ਚ ਭਾਵੇਂ ਥੋੜਾ ਪਿੱਛੇ ਹੋ ਜਾਓ, ਵੀ ਜੇ ਜਿੰਨੀ ਤਰੱਕੀ ਤੁਸੀਂ ਕਰਨੀ ਚਾਹੁੰਦੇ ਹੋ, ਜੇ ਉਹ ਤੋਂ ਥੋੜੀ ਜਿਹੀ ਪਿੱਛੇ ਵੀ ਹੋ ਜਾਓਗੇ, ਥੋੜੀ ਜਿਹੀ ਭਾਵੇਂ ਘਟਾ ਲਓ, ਸਪੀਡ ਥੋੜੀ ਜਿਹੀ ਘਟ ਵੀ ਜਾਵੇ ਨਾ, ਫੇਰ ਵੀ ਜਿਹੜੇ ਤੁਹਾਡੇ ਬਜ਼ੁਰਗ ਮਾਂ ਤੇ ਪਿਓ ਹੈ ਨਾ, ਉਹਨਾਂ ਨੂੰ ਦਾ ਸਾਥ ਨਾ ਛੱਡੋ, ਉਹਨਾਂ ਦੀ ਸੇਵਾ ਜ਼ਰੂਰ ਕਰੋ। ਜਿਹੜੀ ਜ਼ਿੰਦਗੀ 'ਚ ਕੰਮ ਤਾਂ ਆਈ ਜਾਣੇ ਆ ਜੀ ਜੀ, ਦੌੜ ਭੱਜ ਚੱਲੀ ਜਾਣੀ ਹੈ, ਪਰ ਜਿਹੜੇ ਤੁਹਾਡੇ ਮਾਂ ਪਿਓ ਆ ਉਹ ਵਾਪਸ ਨਹੀਂ ਆਉਂਦੇ। ਜਦੋਂ ਇੱਕ ਵਾਰੀ ਜੇ ਤੁਸੀਂ ਜੀ ਛੱਡਤੇ ਜਾਂ ਉਹ ਦੁਨੀਆ ਛੱਡ ਜਾਂਦੇ ਆ ਜੀ, ਫਿਰ ਬੰਦਾ ਸੋਚਦਾ ਰਹਿ ਜਾਂਦਾ। ਕਈ ਵਾਰ ਨਾ ਇਹ ਬੰਦਾ ਸੋਚਦਾ, ਜਿਵੇਂ ਤੁਸੀਂ ਕਹਿ ਰਹਿ ਜਾਂਦਾ, ਇੱਥੇ ਤੇ ਉੱਥੇ ਦਾ ਜਿਹੜਾ ਗੈਪ ਹੈ ਉਹਦੇ ਵਿੱਚ ਵੀ ਸੋਚਦਾ ਰਹਿ ਜਾਂਦਾ। ਇੱਥੇ ਤੇ ਉੱਥੇ ਕਿੱਥੇ ਦਾ ਮੈਂ ਤੁਹਾਨੂੰ ਦੱਸਦਾ, ਜਿਵੇਂ ਇੰਡੀਆ ਦੇ ਵਿੱਚ ਕਿਸੇ ਦੇ ਪੇਰੈਂਟਸ ਹੋਣ, ਰੀਸੈਂਟਲੀ ਕਿਸੇ ਨੇ ਸਾਡੇ ਕੋਈ ਨੋਨ ਨੇ, ਉਹਨਾਂ ਨੇ ਵੀ ਆਪਣਾ ਕਿੱਸਾ ਕੀਤਾ ਜੀ ਸ਼ੇਅਰ। ਹਾਂਜੀ, ਉਹਨਾਂ ਦੇ ਮਦਰ ਬਿਮਾਰ ਸੀਗੇ ਕਾਫੀ ਸਮੇਂ ਤੋਂ, ਤੇ ਫੋਨ ਜਦੋਂ ਕਰਦੇ ਸੀ ਕਈ ਵਾਰ ਰਾਤ ਦਿਨ ਦਾ ਬੜਾ ਫਰਕ ਪੈ ਜਾਂਦਾ ਸੀ। ਹਾਂ ਬਿਲਕੁਲ, 12 ਘੰਟੇ। ਕਦੇ ਉਹ ਨਹੀਂ, ਮਦਰ ਕਹਿੰਦੇ ਸੀ ਪਤਾ ਨਹੀਂ ਹੁਣ ਸੁੱਤਾ ਹੋਣਾ, ਛੱਡੋ। ਕਦੇ ਇਹ ਕਹਿੰਦੇ ਸੀ ਚਲੋ ਮੈਂ ਕਰ ਲੈਂਦਾ, ਫਿਰ ਚਲੋ ਕੰਮ ਬਹੁਤ ਹੋ ਗਿਆ ਬਾਅਦ ਚ ਕਰ ਲੈਂਦੇ ਆ। ਉਹ ਅਚਾਨਕ ਗੁਜ਼ਰ ਗਏ ਜੀ, ਉਹਨਾਂ ਦੀ ਮਾਤਾ ਜੀ। ਤੇ ਹੁਣ ਉਹ ਮੈਨੂੰ ਕਹਿੰਦੇ ਸੀ, ਕਹਿੰਦੇ ਬਸ ਇਹ ਗੈਪ ਦੇ ਵਿੱਚ, ਦਿਨ ਰਾਤ ਦੇ ਚੱਕਰਾਂ ਦੇ ਵਿੱਚ ਜਾਂ ਬੰਦਾ ਸੋਚਦਾ ਰਹਿੰਦਾ ਮੈਂ ਜਾਵਾਂ ਨਾ ਜਾਵਾਂ, ਚਲੋ ਇਹ ਕੰਮ ਕਰ ਲੈਂਦਾ ਫਿਰ ਜਾਣਾ, ਵਿਜ਼ਿਟ ਕਰਕੇ ਆਉਣਾ, ਪਤਾ ਵੀ ਬਿਮਾਰ ਹੈ, ਪਰ ਜਦੋਂ ਚਲੇ ਜਾਂਦੇ ਨੇ ਫਿਰ ਅਚਾਨਕ ਜਾਣਾ ਪੈ ਜਾਂਦਾ। ਵੈਸੇ ਹੁਣ ਤੁਸੀਂ ਜਿਹੜੀ ਗੱਲ ਕਰੀ ਹੈ ਨਾ ਦਿਨ ਰਾਤ ਦੇ ਚੱਕਰ 'ਚ, ਜੇ ਸ਼ਵੀ ਜੀ ਅਸੀਂ ਦੇਖੀਏ ਜਿਹੜਾ ਦਿਨ ਰਾਤ ਦਾ ਚੱਕਰ ਹੈ ਨਾ, ਟਾਈਮ ਦੇਖੋ ਵੱਖਰੇ ਥਾਵਾਂ ਤੇ ਟਾਈਮ ਹੈ, ਪਰ ਜਿਹੜਾ ਪੰਜਾਬ ਜਾਂ ਇੰਡੀਆ ਦਾ ਟਾਈਮ ਹੈ ਜੀ ਤੇ ਆਪਣਾ ਟਾਈਮ ਹੈ ਜਿਹੜਾ, ਇਹ ਬਹੁਤ ਵਧੀਆ ਮੈਚ ਕਰਦਾ ਹੈ। ਉਹ ਇਸ ਕਰਕੇ ਬਹੁਤ ਵਧੀਆ ਮੈਚ ਕਰਦਾ ਬਿਕਾਜ਼ ਆਪਣੇ ਜੇ ਸ਼ਾਮ ਹੈ ਤਾਂ ਉੱਥੇ ਸਵੇਰ ਹੈ, ਆਲਮੋਸਟ ਸੇਮ ਟਾਈਮ ਜੀ। ਜੇ ਉੱਥੇ ਸਵੇਰ ਹੈ ਤਾਂ ਇੱਥੇ ਸ਼ਾਮ ਹੈ। ਹੁਣ ਕਈ ਹੋਰ ਦੇਸ਼ ਹੈਗੇ ਆ, ਜਿਵੇਂ ਯੂਰਪ ਲੈ ਲਓ ਜੀ। ਯੂਰਪ ਦਾ ਜਿਵੇਂ ਅੱਜ ਆਪਣਾ ਜੇ ਆਪਾਂ ਲਈਏ ਟਾਈਮ ਤਾਂ 8 ਘੰਟੇ ਦਾ ਫਰਕ ਹੈ। ਹਾਂਜੀ, ਸੋ ਉਹ ਮੈਚ ਨਹੀਂ ਕਰਦਾ। ਉਹ ਇਸ ਕਰਕੇ ਨਹੀਂ ਮੈਚ ਕਰਦਾ, ਜਿਹੜਾ ਬੰਦਾ ਸਵੇਰੇ 9 ਤੋਂ 4 ਵਜੇ 5 ਵਜੇ ਤੱਕ ਕੰਮ ਕਰਦਾ, ਉਹ ਜਦੋਂ ਕੰਮ ਤੋਂ ਆਉਂਦਾ ਉਦੋਂ ਤਾਂ ਉਹ ਸੁੱਤੇ ਪਏ, ਅੱਧੀ ਰਾਤ ਹੁੰਦੀ ਜੀ। ਸੋ ਜਦੋਂ ਅਸੀਂ ਇੰਡੀਆ ਦੀ ਗੱਲ ਕਰਦੇ ਨਾ, ਇਹ ਸੌਰੀ ਮੈਂ ਥੋੜਾ ਜਿਹਾ ਜ਼ਿਆਦਾ ਟਾਈਮ ਲੈ ਲਿਆ ਇਸ ਤੇ, ਪਰ ਇਹ ਬਹੁਤ ਵਧੀਆ ਟਾਈਮਿੰਗ ਹੈ। ਚਲੋ ਟਾਈਮਿੰਗ ਤਾਂ ਵਧੀਆ,
ਪਰ ਫੋਨ ਕਰਨਾ ਕੋਈ ਔਖਾ ਨਹੀਂ, ਫੋਨ ਕਰਨਾ ਔਖਾ ਨਹੀਂ ਭਾਜੀ, ਪਰ ਕੰਮ ਦੇ ਵਿੱਚ ਬੰਦਾ ਰੁੱਝਿਆ ਇੰਨਾ ਹੁੰਦਾ ਕਈ ਵਾਰ। ਹਾਂ, ਉਹ ਹੋ ਜਾਂਦਾ ਉਹਦੇ ਵਿੱਚ ਜਿਹੜਾ ਤੁਸੀਂ ਥਾਟ ਕਿਹਾ ਨਾ, ਉਹ ਰਿਲੇਸ਼ਨਸ ਜਿਹੜੇ ਨੇ ਕਈ ਵਾਰ ਇਗਨੋਰ ਹੋ ਜਾਂਦੇ ਨੇ। ਸੋ ਬਿਲਕੁਲ ਸਹੀ ਗੱਲ ਹੈ ਜੀ, ਉਹਨਾਂ ਦੀ ਸੇਵਾ ਕਰੋ, ਮਾਂ ਪਿਓ ਦੀ ਬਿਲਕੁਲ ਤੁਸੀਂ ਇੱਜ਼ਤ ਕਰੋ, ਟਾਈਮ ਕੱਢੋ ਜੀ। ਭੱਜ ਭਜਾਈ ਜਾਵਦਾ ਥੋੜਾ ਜਿਹਾ, ਕੋਈ ਗੱਲ ਨਹੀਂ, ਹਾਂ ਭਾਵੇਂ 10 ਮਿੰਟ ਗੱਲ ਰੋਜ਼ ਦੀ ਕਰੋ, ਬਟ ਕਰੋ ਜ਼ਰੂਰ, ਕਰੋ ਜ਼ਰੂਰ। ਜੀ ਭਾਜੀ ਬਹੁਤ ਹੀ ਵਧੀਆ ਤੁਹਾਡਾ ਥਾਟ, ਔਰ ਵਧੀਆ ਥਾਟ ਦੇ ਨਾਲ ਅੱਜ ਮੋਟੀਵੇਸ਼ਨ ਦੇ ਨਾਲ ਅਸੀਂ ਸ਼ੁਰੂ ਕਰਦੇ ਹਾਂ। ਔਰ ਥੋੜੇ ਜਿਹੇ ਢਿੱਲੇ ਲੱਗਦੇ ਜ਼ਰੂਰ ਇਹਨੇ ਰਾਇਸਾ, ਪਰ ਮੈਨੂੰ ਲੱਗਦਾ ਜੋਸ਼ ਆ ਜਾਣਾ ਜਦੋਂ ਖਬਰਾਂ ਆਪਾਂ ਸ਼ੁਰੂ ਕਰਨੀਆਂ। ਤੁਹਾਡਾ ਫੋਟੇ ਜਿਹੜਾ ਨਹੀਂ, ਉਹ ਬਿਨਾਂ ਕਾਫੀ ਤੋਂ ਨਹੀਂ ਆਉਣਾ। ਠੀਕ ਹੈ, ਇਸ ਤੋਂ ਬਾਅਦ ਬੁਲਾਉਂਦੇ ਆ ਭਾਜੀ। ਜਦੋਂ ਅਸੀਂ ਯੂਨੀਵਰਸਿਟੀਜ਼ ਦੀ ਗੱਲ ਕਰਦੇ ਹਾਂ ਨਾ, ਹਾਂਜੀ, ਸਭ ਤੋਂ ਪਹਿਲੇ ਜਿਹੜੇ ਕੋਰਸਿਸ ਆਉਂਦੇ ਨੇ ਉਹ ਕਈ ਤਰ੍ਹਾਂ ਦੇ ਸਾਇੰਸ ਐਂਡ ਟੈਕਨੋਲੋਜੀ ਦੇ ਆਉਣਗੇ ਜਾਂ ਹੋਰ ਕਈ ਤਰ੍ਹਾਂ ਦੇ ਆਉਂਦੇ ਨੇ। ਅੱਜ ਕੱਲ੍ਹ ਤਾਂ ਵੈਸੇ ਵੀ ਜੇ ਕੋਰਸਿਸ ਦੀ ਆਪਾਂ ਗੱਲ ਕਰੀਏ, ਹਰ ਇੱਕ ਸਟਰੀਮ ਦੇ ਵਿੱਚ, ਭਾਵੇਂ ਮੀਡੀਆ ਹੋਵੇ, ਭਾਵੇਂ ਤੁਸੀਂ ਚੰਗਾ ਖਾਣਾ ਵੀ ਬਣਾਉਂਦੇ ਹੋਵੋ ਤੇ ਉਹਦੇ ਵਿੱਚ ਡਿਗਰੀਜ਼ ਨੇ, ਹਰ ਚੀਜ਼ ਦੇ ਵਿੱਚ ਨਾ ਕੋਰਸਿਸ ਬਣ ਗਏ ਨੇ। ਸੋ ਐਨਕਰੇਜਮੈਂਟ ਇੱਦਾਂ ਹੁੰਦੀ ਹੈ ਕਿ ਅਸੀਂ ਵੀ ਬੱਚਿਆਂ ਨੂੰ ਕਹਿੰਦੇ ਹਾਂ ਕਿ ਜਿਹੜੇ ਵੀ ਸਟਰੀਮ ਦੇ ਵਿੱਚ ਤੁਸੀਂ ਚੰਗੇ ਹੋ, ਉਹਦੇ ਵਿੱਚ ਕੋਰਸ ਕਰਕੇ ਤੁਸੀਂ ਆਪਣਾ ਕਰੀਅਰ ਬਣਾ ਸਕਦੇ ਹੋ। ਗੱਲ ਜੀ, ਹਾਂ, ਗੱਲ ਤੁਹਾਡੀ ਬਿਲਕੁਲ ਸਹੀ ਹੈ। ਸੌਰੀ ਮੈਂ ਤੁਹਾਨੂੰ ਇੰਟਰਪਟ ਕਰਿਆ ਜੀ। ਦੇਖੋ, ਜਿਹੜੇ ਤਾਂ ਬੱਚੇ ਹੈਗੇ ਆ ਇੱਥੋਂ ਦੇ ਲੋਕਲ, ਉਹਨਾਂ ਤੇ ਤੁਹਾਡਾ ਜਿਹੜਾ ਵਿਚਾਰ ਆ ਉਹ ਟੁਕਦਾ ਵੀ ਉਹ ਜੋ ਬੱਚੇ ਆ ਜਿਹੜੇ, ਜੇ ਤੁਸੀਂ ਜ਼ੋਰ ਲਾਓਗੇ ਨਾ ਉਹਨਾਂ ਨੂੰ ਵੀ ਤੁਸੀਂ ਆਹ ਨਹੀਂ ਆਹ ਕਰ ਲਓ, ਉਹ ਨਹੀਂ ਕਰਦੇ। ਉਹਨਾਂ ਦਾ ਜੋ ਦਿਲ ਕਰਦਾ ਨਾ ਉਹਨਾਂ ਨੇ ਉਹੀ ਕਰਨਾ। ਪਰ ਜਦੋਂ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਦੀ ਗੱਲ ਕਰਦੇ ਆ, ਉਹ ਟੋਟਲੀ ਡਿਫਰੈਂਟ ਹੈ ਜੀ। ਉਹਨਾਂ ਦਾ ਕ੍ਰਾਈਟੇਰੀਆ ਇਹ ਨਹੀਂਗਾ ਵੀ ਸਾਡਾ ਜੋ ਜੀ ਕਰਦਾ, ਉਹਨਾਂ ਦਾ ਕ੍ਰਾਈਟੇਰੀਆ ਇਹ ਹੈ ਪੀਆਰ ਲਈ ਵਧੀਆ ਹੋਵੇ, ਵੀ ਜੋ ਮਰਜ਼ੀ ਸਾਨੂੰ ਮਿਲ ਜਾਵੇ, ਅਸੀਂ ਕੈਨੇਡਾ ਜਾਂ ਅਮਰੀਕਾ ਜਾਂ ਜਿੱਥੇ ਆਸਟ੍ਰੇਲੀਆ ਚਲੇ ਜਾਈਏ, ਉਹਨਾਂ ਦਾ ਕ੍ਰਾਈਟੇਰੀਆ ਇਹ ਹੈ। ਨਹੀਂ, ਇੱਥੇ ਆ ਕੇ ਵੀ ਜਿਹੜੇ ਨੇ ਨਾ ਉਹ ਕੋਰਸਿਸ ਇਦਾਂ ਦੇ ਕਰਦੇ ਨੇ ਜਿਹੜੇ ਉਹ ਕਹਿੰਦੇ ਨੇ ਕਿ ਈਜ਼ੀਲੀ ਪੀਆਰ ਮਿਲ ਜਾਏ, ਈਜ਼ੀਲੀ ਉਹ ਸਟਰੀਮ 'ਚ ਜੌਬ ਮਿਲ ਜਾਏ ਤੇ ਉਹ ਪੀਆਰ ਫਾਈਲ ਕਰ ਸਕਣ। ਇਸ ਲਈ ਯੂਨੀਵਰਸਿਟੀ ਆਫ ਕੈਲਗਰੀ ਦੀ ਜਿਹੜੀ ਰਿਪੋਰਟ ਆਈ ਹੈ, ਉਸ ਦੇ ਵਿੱਚ ਇੱਕ ਸਿਗਨੀਫੀਕੈਂਟ, ਯਾਨੀ ਕਿ ਬਹੁਤ ਵੱਡਾ ਇੱਕ ਜੰਪ ਆਇਆ ਬਿਜ਼ਨਸ ਕੋਰਸਿਸ ਦੇ ਵਿੱਚ, ਕਿਉਂਕਿ ਜਿਹੜਾ ਬਿਜ਼ਨਸ ਕੋਰਸ ਹੈ ਉਹ ਇੱਥੇ ਦੇ ਸਟੂਡੈਂਟਸ ਲਈ ਵੀ ਔਰ ਇੰਟਰਨੈਸ਼ਨਲ ਸਟੂਡੈਂਟਸ ਲਈ ਵੀ ਬਹੁਤ ਚੰਗਾ ਕੋਰਸ ਹੈ, ਕਿਉਂਕਿ ਅਗੇਨ ਉਹ ਕਿਤੇ ਵੀ ਕੰਮ ਕਰ ਸਕਦੇ ਨੇ, ਕਿਸੇ ਵੀ ਸਟਰੀਮ ਦੇ ਵਿੱਚ ਬਿਜ਼ਨਸ ਕਰ ਸਕਦੇ ਨੇ। ਔਰ ਐਂਟਰਪ੍ਰੈਨਿਓਰਸ਼ਿਪ ਦੇ ਉੱਪਰ ਬਹੁਤ ਐਨਕਰੇਜਮੈਂਟ ਕੀਤੀ ਜਾ ਰਹੀ ਹੈ ਆਲ ਓਵਰ ਦਾ ਵਰਲਡ, ਜਿਸ ਦੇ ਵਿੱਚ ਕੈਲਗਰੀ ਵੀ ਪਿੱਛੇ ਨਹੀਂ ਹੈ ਜੀ। ਔਰ ਹੁਣ ਇਹ ਦੇਖਿਆ ਜਾ ਰਿਹਾ ਹੈ ਕਿ ਸਪੈਸ਼ਲੀ ਯੂਨੀਵਰਸਿਟੀ ਆਫ ਕੈਲਗਰੀ ਦੇ ਵਿੱਚ ਕਾਫੀ ਵੱਧ ਕੇ, ਯਾਨੀ ਕਿ 30% ਤੋਂ ਜ਼ਿਆਦਾ ਇੱਕ ਸਾਲ ਦੇ ਵਿੱਚ ਹੀ ਵਾਧਾ ਵੇਖਿਆ ਗਿਆ ਭਾਜੀ। ਹਾਂ ਬਿਲਕੁਲ ਜੀ, ਬਹੁਤ ਜਿਹੜੇ ਹੁਣ ਸਟੂਡੈਂਟ ਆ ਨਾ, ਜਿਹੜੀ ਆਪਾਂ ਅੱਗੇ ਵੀ ਇੱਕ ਦੋ ਵਾਰੀ ਗੱਲਾਂ ਕਰਦੇ ਆ, ਪਿਛਲੇ 10 ਸਾਲਾਂ ਤੋਂ ਵਧੀ ਜਾ ਰਿਹਾ ਹੈ। ਹਾਂਜੀ, ਸਟੂਡੈਂਟ ਹੁਣ ਜੇ ਤੁਸੀਂ ਦੇਖਦੇ ਹੋ, ਜੇ ਤੁਸੀਂ ਇਸ ਸਾਲ ਦੀ ਗੱਲ ਕਰੀਏ, ਜੇ ਆਪਾਂ ਇਕੱਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਤੋਂ ਇਸ ਸਾਲ ਮੇਰਾ ਖਿਆਲ ਸਭ ਤੋਂ ਜ਼ਿਆਦਾ ਸਟੂਡੈਂਟ ਆਏ। ਸੋ ਹੁਣ ਉਹ ਆ ਕੇ ਇੱਥੇ ਹੀ ਯੂਨੀਵਰਸਿਟੀਆਂ 'ਚ ਹੀ ਲੱਗਣਾ ਹੈ ਨਾ। ਜੀ। ਸੋ ਉਹ ਆਪੇ ਨੰਬਰ ਵੱਧ ਜਾਣੇ ਜੀ। ਸੋ ਨੰਬਰ ਜਦੋਂ ਜੇ ਆਪਾਂ ਪਿੱਛੇ ਚਲੇ ਜਾਂਦੇ 10 ਸਾਲ, ਤਾਂ ਉਦੋਂ ਨੰਬਰ ਘੱਟ ਸੀਗੇ ਯੂਨੀਵਰਸਿਟੀਆਂ 'ਚ ਸਟੂਡੈਂਟਾਂ ਦੇ। ਜੀ। ਹੁਣ ਪਾਪੂਲੇਸ਼ਨ ਵੀ ਵੱਧ ਰਹੀ ਆ, ਸਟੂਡੈਂਟ ਵੀ ਵੱਧ ਰਹੇ ਆ, ਹਾਊਸਿੰਗ ਕ੍ਰਾਈਸਿਸ ਵੀ ਹੋ ਰਹੀਆਂ, ਸਾਰਾ ਕੁਝ ਹੀ ਪ੍ਰੋਬਲਮ ਹੈ ਜੀ। ਬਿਲਕੁਲ, ਜਿਹੜੇ ਬਿਜ਼ਨਸ ਸਕੂਲ ਦੇ ਅੰਡਰ ਗ੍ਰੈਜੂਏਟ ਸਟੂਡੈਂਟ ਪਾਪੂਲੇਸ਼ਨ ਹੈ, ਉਹ 3600 ਡੋਮੈਸਟਿਕ ਔਰ ਇੰਟਰਨੈਸ਼ਨਲ ਸਟੂਡੈਂਟਸ ਦੱਸੇ ਜਾ ਰਹੇ ਨੇ। ਔਰ ਇਸ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਨੇ ਬਿਜ਼ਨਸ ਦੇ ਵਿੱਚ, ਜਿਵੇਂ ਦੱਸਿਆ, ਉਸ ਦੇ ਵਿੱਚ ਐਨਰੋਲ ਕਰ ਰਹੇ ਨੇ। ਔਰ ਇਸ ਆ ਜਿਹੜਾ ਕੋਰਸ ਆ ਭਾਜੀ, ਇਹਦੇ ਵਿੱਚ ਇੱਕ ਨਵੇਂ ਕੋਰਸਿਸ ਨੇ ਜਿਸ ਦੇ ਵਿੱਚ ਐਂਟਰਪ੍ਰੈਨਿਓਰਸ਼ਿਪ ਜਿਹੜੀ ਹੈ, ਇਨੋਵੇਸ਼ਨ ਔਰ ਜਨਰੇਟਿਵ AI ਜਿਹੜਾ ਅੱਜ ਕੱਲ੍ਹ ਚੈਟ GPT ਤੁਸੀਂ ਸੁਣਦੇ ਹੋਣੇ ਹੋ, ਜਾਂ ਮਿਡ ਜਰਨੀ, ਜਿਹੜੇ ਪ੍ਰੋਫੈਸ਼ਨਲ ਸੈਟਿੰਗਸ ਨੇ, ਜਿਸ ਦੇ ਵਿੱਚ ਜਿਹੜੀ ਆਉਣ ਵਾਲਾ ਫਿਊਚਰ ਜਿਹਨੂੰ ਅਸੀਂ ਕਹਿੰਦੇ ਹਾਂ, ਰੋਬੋਟਿਕ ਫਿਊਚਰ ਕਹਿ ਲਈ ਜੀ, ਜਾਂ ਮਸ਼ੀਨ ਦੇ ਨਾਲ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ, ਜਿਸ ਦੇ ਵਿੱਚ ਹਰ ਚੀਜ਼ ਆਸਾਨ ਬਣਾਈ ਜਾ ਸਕਦੀ ਹੈ। ਪਰ ਇਹਨਾਂ ਟੂਲਸ ਨੂੰ ਵੀ ਯੂਜ਼ ਕਰਨ ਲਈ ਕਹਿੰਦੇ ਨਾ ਕੋਰਸਿਸ ਜਿਹੜੇ ਨੇ ਉਹ ਆ ਰਹੇ ਨੇ, ਬਹੁਤ ਚੰਗੀ ਗੱਲ ਹੈ। ਔਰ ਐਂਟਰਪ੍ਰੈਨਿਓਰਸ਼ਿਪ, ਯਾਨੀ ਕਿ ਉਹ ਬਿਜ਼ਨਸਮੈਨ ਹੀ ਸਮਝ ਕੇ, ਯਾਨੀ ਕਿ ਅਸੀਂ ਇੱਕ ਬਿਜ਼ਨਸ ਕਰਾਂਗੇ, ਅਸੀਂ ਕੋਈ ਇਨਵੈਸਟਮੈਂਟ ਕਰਾਂਗੇ, ਜਾਂ ਕੋਈ ਇੱਦਾਂ ਦਾ ਕੰਮ ਕਰਾਂਗੇ ਜਿਸ ਦੇ ਵਿੱਚ ਸਾਨੂੰ ਪ੍ਰੋਫਿਟ ਜਿਹੜਾ ਹੈ ਹੋ ਸਕੇ, ਰਾਦਰ ਦੈਨ ਸੈਲਰੀਜ਼, ਉਹ ਜਿਹੜਾ ਹੈ ਉਹਦੇ ਵਿੱਚ ਐਨਕਰੇਜਮੈਂਟ ਆਪ ਹੀ ਉਹਨਾਂ ਨੂੰ ਮਿਲ ਰਹੀ ਹੈ, ਜਾਂ ਉਹਨਾਂ ਦੀ ਸੋਚ ਜਿਹੜੀ ਅੱਜ ਕੱਲ੍ਹ ਦੇ ਬੱਚਿਆਂ ਦੀ ਹੋ ਰਹੀ ਹੈ। ਤਾਂ ਕਰਕੇ ਜਿਹੜਾ ਹੈ ਇੱਕ ਬਹੁਤ ਵੱਡਾ ਜੰਪ ਜਿਹੜਾ ਹੈ ਬਿਜ਼ਨਸ ਕੋਰਸਿਸ ਦੇ ਵਿੱਚ ਦੇਖਿਆ ਜਾ ਰਿਹਾ। ਮੈਨੂੰ ਲੱਗਦਾ ਚੰਗੀ ਗੱਲ ਹੈ। ਬਿਲਕੁਲ ਜੀ, ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ, ਜਿਸ ਦੇ ਵਿੱਚ ਹਰ ਪਾਸੇ ਅਸੀਂ ਕਹਿੰਦੇ ਹਾਂ ਕਿ ਇਹ ਵਾਲਾ ਕੋਰਸ ਕਰਕੇ ਤੁਸੀਂ ਜੌਬ ਲੈ ਸਕਦੇ ਹੋ। ਸਾਡਾ ਇਹੀ ਹੁੰਦਾ ਸੀ ਪਹਿਲਾਂ, ਬਿਲਕੁਲ, ਤੇ ਅੱਜ ਕੱਲ੍ਹ ਬੱਚਾ ਦਾ ਹੁੰਦਾ ਮੈਂ ਇਹ ਵਾਲਾ ਕੋਰਸ ਕਰਕੇ ਮੈਂ ਬਿਜ਼ਨਸ ਵੀ ਸ਼ੁਰੂ ਕਰ ਸਕਦਾ। ਦੇਖੋ, ਜਦੋਂ ਜਿਹੜੇ ਨਵੇਂ ਸਟੂਡੈਂਟ ਆਉਂਦੇ ਆ ਨਾ ਜੀ, ਜੇ ਅਸੀਂ ਦੇਖੀਏ, ਉਹਦੇ ਚੋਂ ਕੁਝ ਪਰਸੈਂਟੇਜ ਕੰਮ ਕਰਨ ਦੀ ਬਜਾਏ ਬਿਜ਼ਨਸ ਕਰਦੇ। ਬਿਲਕੁਲ, ਵਾਈ ਨਾਟ, ਬਹੁਤ ਵਧੀਆ ਚੀਜ਼ ਹੈ ਜੀ।
ਬਿਲਕੁਲ ਕਿਉਂਕਿ ਮੈਨੂੰ ਲੱਗਦਾ ਕਿ ਕੈਨੇਡਾ ਇੱਕ ਐਸਾ ਹੁਣ ਪਲੇਟਫਾਰਮ ਦੇ ਰਿਹਾ, ਕਿਉਂਕਿ ਪੋਪੂਲੇਸ਼ਨ ਹਜੇ ਘੱਟ ਹੈ, ਜਗ੍ਹਾ ਬਹੁਤ ਹੈ, ਸ਼ਹਿਰ ਬਹੁਤ ਨੇ, ਸੂਬੇ ਬਹੁਤ ਨੇ, ਉਸ ਦੇ ਵਿੱਚ ਓਪਰਚੁਨਿਟੀਜ਼ ਬਹੁਤ ਨੇ ਬਿਜ਼ਨਸਮੈਨ ਲਈ। ਦੇਖੋ ਜੇ ਤੁਸੀਂ ਕੋਈ ਵੀ ਕਮਿਊਨਿਟੀ ਲੈ ਲਓ ਨਾ, ਤੇ ਜੋ ਮੇਰੀ ਸੋਚ ਆ ਉਹਦੇ ਵਿੱਚ ਜਿਹੜੇ ਆਪਣੀ ਪੰਜਾਬੀ ਕਮਿਊਨਿਟੀ ਆ, ਬਿਜ਼ਨਸ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਰੋਲ ਹੈ ਉਹਨਾਂ ਦਾ। ਬਿਲਕੁਲ। ਕੁਛ ਇਸ ਕਰਕੇ ਹੋ ਜਾਂਦਾ ਵੀ ਜਿਹੜੇ ਕੋਰਸਿਸ ਲੈ ਲੇ, ਪਰ ਕੁਛ ਜਿਹੜੇ ਆ ਨਵੇਂ ਆਉਂਦੇ ਹੈਗੇ ਆ, PR ਆ ਗਏ ਜਾਂ ਕੋਈ ਪੜ੍ਹਾਈ ਕਰਨ ਆ ਗਏ ਸਟੂਡੈਂਟ ਆ ਗਏ, ਉਹ ਕਿਸੇ ਨਾ ਕਿਸੇ ਬਿਜ਼ਨਸ 'ਚ ਪੈ ਜਾਂਦੇ ਆ ਜੀ। ਬਿਜ਼ਨਸ ਚਾਹੇ ਛੋਟਾ ਹੋਵੇ, ਉਹ ਹੌਲੀ ਹੌਲੀ ਹੁਣ ਜੇ ਤੁਸੀਂ ਦੇਖੋ ਤਾਂ ਸਰੀ ਜੇ ਜਾ ਕੇ ਦੇਖੋ ਤੇ ਹੁਣ ਕੈਲਗਰੀ ਵੀ ਉੱਥੇ ਆ ਰਿਹਾ, ਬਹੁਤ ਜ਼ਿਆਦਾ ਬਿਜ਼ਨਸ ਕਮਿਊਨਿਟੀ ਆ। ਜੇ ਅਸੀਂ ਇਹਨੂੰ ਕੰਪੇਅਰ ਕਰਦੇ ਆ ਕਿਸੇ ਹੋਰ ਕਮਿਊਨਿਟੀ ਦੇ ਨਾਲ। ਜੀ ਬਿਲਕੁਲ। ਸੋ ਇਹ ਬਹੁਤ ਚੰਗੀ ਗੱਲ ਹੈ ਜੀ। ਤੋਂ ਸ਼ੁਰੂ ਸਕੂਲਿੰਗ ਚ ਹੁੰਦੀ ਹੈ ਔਰ ਸਕਿਲਡ ਪਹਿਲਾਂ ਹੁੰਦਾ ਸੀ ਕਿ ਸਕਿੱਲ ਸਿੱਖ ਕੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰ ਲੈਂਦੇ ਹੋ। ਅੱਜ ਕੱਲ੍ਹ ਚੰਗੀ ਗੱਲ ਹੈ ਕਿ ਜੇ ਇੱਥੇ ਦੇ ਬੱਚੇ ਵੀ ਔਰ ਇੰਟਰਨੈਸ਼ਨਲ ਸਟੂਡੈਂਟਸ ਵੀ ਇੱਦਾਂ ਦਾ ਇੱਕ ਵਿਜ਼ਨ ਰੱਖਦੇ ਨੇ ਕਿ ਅਸੀਂ ਪੜ੍ਹ ਕੇ ਆਪਣਾ ਕੰਮ ਸ਼ੁਰੂ ਕਰੀਏ। ਕੋਈ ਵੀ ਬਿਜ਼ਨਸ, ਹੁਣ ਮੈਂ ਥੋੜਾ ਜਿਹਾ ਨਾ ਆਫ ਟੌਪਿਕ ਤੋਂ ਪਾਸੇ ਜਾਊਂਗਾ, ਜਿਹੜਾ ਕੋਈ ਵੀ ਬਿਜ਼ਨਸ ਹੈ ਨਾ, ਉਹਦੇ ਵਾਸਤੇ ਤੁਹਾਨੂੰ ਕੋਈ ਸਕਿਲਡ ਲਾਇਸੈਂਸ ਜਾਂ ਜੇ ਸਪੋਜ਼ ਕਰੋ ਕਿਸੇ ਨੇ ਪਲੰਬਿੰਗ ਦਾ ਬਿਜ਼ਨਸ ਖੋਲ੍ਹਣਾ, ਉਹਨੂੰ ਕੋਈ ਜ਼ਰੂਰੀ ਨਹੀਂ ਵੀ ਉਹਨੂੰ ਪਲੰਬਰ ਹੋਣਾ ਚਾਹੀਦਾ। ਜੇ ਡਾਕਟਰ ਕੋਈ ਕਲੀਨਿਕ ਖੋਲਣੀ ਹੈ, ਤੁਹਾਨੂੰ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਡਾਕਟਰ ਹੋਣੇ ਚਾਹੀਦੇ। ਤੁਸੀਂ ਕਲੀਨਿਕ ਖੋਲੋ, ਡਾਕਟਰ ਦੀ ਟੀਮ ਇਕੱਠੀ ਕਰ ਲਓ। ਸੇਮ ਥਿੰਗ ਹੈਗੀ ਆ ਫਿਜ਼ੀਓਥੈਰੇਪੀ ਜਾਂ ਤੁਹਾਡੀ ਫਾਰਮੇਸੀ ਲੈ ਲਓ, ਕੋਈ ਵੀ ਬਿਜ਼ਨਸ ਲੈ ਲਓ। ਬਿਲਕੁਲ। ਸੋ ਚੰਗੀ ਗੱਲ ਹੈ ਜੀ, ਜਿਵੇਂ ਕਿਹਾ ਕਿ ਪਲੇਟਫਾਰਮ ਦੇ ਰਿਹਾ ਕੈਨੇਡਾ ਆਪਣੇ ਨਵੇਂ ਐਂਟਰਪ੍ਰੈਨਿਓਰਸ ਨੂੰ। ਸੋ ਦਿਲ ਖੋਲ ਕੇ ਜਿਹੜਾ ਹੈ ਤੁਸੀਂ ਬਿਜ਼ਨਸ ਕੋਰਸਿਸ ਕਰੋ ਤੇ ਬਿਜ਼ਨਸ ਨਵੇਂ ਸ਼ੁਰੂ ਕਰ ਸਕਦੇ ਹੋ। ਭਾਜੀ ਅਗਲੀ ਖਬਰ ਆ ਰਹੀ ਹੈ, ਫੋਰਟ ਮੈਕਲੋਡ ਥੀਏਟਰ ਜਿਹੜਾ ਹੈ ਉਸਨੂੰ ਵੈਂਡਲਾਈਜ਼ ਕੀਤਾ ਗਿਆ ਜਦੋਂ ਪ੍ਰਾਈਡ ਇਵੈਂਟ ਜਿਹੜੀ ਹੈ ਪਿੱਛੇ ਕੱਢੀ ਗਈ। ਹੁਣ ਬਿਲਕੁਲ ਜੀ ਇਹਦੇ ਬਾਰੇ ਜਿਹੜਾ ਹੈ ਕਾਫੀ ਜਿਹੜਾ ਹੈ ਖਬਰਾਂ ਦੇ ਵਿੱਚ ਆ ਰਿਹਾ। ਫੋਰਟ ਮੈਕਲਾਉਡ ਹੈ ਨਾ ਜਿਹੜਾ ਥੋੜਾ ਜਿਹਾ ਕੈਲਗਰੀ ਤੋਂ 100 ਕਿਲੋਮੀਟਰ ਸਾਊਥ ਤੇ ਆ ਜੀ। ਇਹ ਮੇਰਾ ਖਿਆਲ 26 ਤਰੀਕ ਦੀ ਗੱਲ ਹੈ, 26 ਅਗਸਤ ਦੀ ਜੀ। ਜਦੋਂ ਦੇਖੋ ਤੁਸੀਂ ਇਹੋ ਜਿਹੇ ਕੋਈ ਪਰੇਡ ਕੱਢਦੇ ਹੋ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਪਰੇਡ ਆ ਜੀ, ਉੱਥੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸਾਨੂੰ ਡੈਮੇਜ ਕਰਨ ਦੀ ਕੀ ਜ਼ਰੂਰਤ ਹੈ ਜੀ। ਵੈਂਡਲਾਈਜ਼ ਤੁਸੀਂ ਪ੍ਰਾਪਰਟੀ ਡੈਮੇਜ ਕਰਤੀ ਜੀ, ਚਾਹੇ ਉਹ ਕਿਸੇ ਦੀ ਵੀ ਪ੍ਰਾਪਰਟੀ ਹੈਗੀ ਆ, ਚਾਹੇ ਉਹ ਥੀਏਟਰ ਆ, ਚਾਹੇ ਕੋਈ ਬਿਜ਼ਨਸ ਆ ਜੀ। ਅਕਸਰ ਆਪਾਂ ਦੇਖਦੇ ਆ ਕੋਈ ਸਟਰੀਟ ਹੈ, ਪਬਲਿਕ ਪਲੇਸ ਹੈ, ਕੋਈ ਪ੍ਰੋਬਲਮ। ਹਾਂਜੀ। ਤੁਸੀਂ ਆਪਦੀ ਜਿਹੜੀ ਪਰੇਡ ਆ ਉਹ ਕਰੋ, ਕਰਾ ਕੇ ਆਪਦਾ ਜੋ ਕੰਮ ਕਰਨਾ ਤੁਸੀਂ ਕਰਦੇ। ਬਿਲਕੁਲ। ਤੇ ਡੈਮੇਜ ਕਰਨ ਦਾ ਤਾਂ ਮੈਨੂੰ ਕੋਈ ਸੈਂਸ ਨਹੀਂ ਲੱਗਦੀ। ਪ੍ਰਾਈਡ ਪਰੇਡ ਅਸੀਂ ਸਾਰੇ ਜਾਣਦੇ ਹਾਂ, ਪ੍ਰਾਈਡ ਇਵੈਂਟ ਜਿਹੜਾ ਹੁੰਦਾ ਹੈ ਉਸ ਦੇ ਵਿੱਚ ਜਿਹੜੇ LGBTQ ਦੇ ਕਮਿਊਨਿਟੀ ਜਿਹੜੇ ਹੈ ਆਪਣਾ ਪ੍ਰਾਈਡ ਇਵੈਂਟ ਇੱਕ ਆਰਗੇਨਾਈਜ਼ ਕਰਦੇ ਨੇ, ਉਹ 'ਚ ਪਰੇਡ ਕੱਢੀ ਜਾਂਦੀ ਹੈ। ਔਰ ਬਹੁਤ ਸਾਰੇ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਬਿਲੀਵ ਨਹੀਂ ਕਰਦੇ ਜਾਂ ਇਹਨਾਂ ਨੂੰ ਐਨਕਰੇਜ ਨਹੀਂ ਕਰਦੇ, ਉੱਥੇ ਜਾ ਕੇ ਕਦੇ ਨਾ ਐਵਰੀ ਈਅਰ ਕੁਛ ਨਾ ਕੁਛ ਜਿਹੜਾ ਹੈ ਛੋਟਾ ਮੋਟਾ ਕੀਤਾ ਜਾਂਦਾ। ਪਰ ਇਸ ਵਾਰ ਇੱਕ ਸਮੋਕ ਬੰਬ ਜਿਹੜਾ ਹੈ ਉਹ ਵੀ ਸੈਟ ਆਫ ਕੀਤਾ। ਦੇਖੋ ਸ਼ਵੀ ਜੀ, ਜੇ ਕੋਈ ਵੀ ਕਮਿਊਨਿਟੀ ਆ ਜੀ ਜਿਹਨੇ ਪਰੇਡ ਕਰੀ ਆ, ਉਹਨਾਂ ਨੂੰ ਤੁਸੀਂ ਤੰਗ ਕਿਉਂ ਕਰਦੇ ਉਹਨਾਂ ਨੂੰ ਕਰਨ ਦਿਓ। ਕਿਸੇ ਦਾ ਕਾਲਾ ਰੰਗ ਹੈ, ਪੀਲਾ ਰੰਗ ਹੈ, ਚਿੱਟਾ ਰੰਗ ਹੈ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਹੈ ਤਾਂ ਇਨਸਾਨ ਨਾ। ਜੀ ਬਿਲਕੁਲ। ਤੁਸੀਂ ਉਹਨਾਂ ਨੂੰ ਜੋ ਉਹਨਾਂ ਦੇ ਵੀ ਰਾਈਟਸ ਹੈ, ਤੁਹਾਡੇ ਵੀ ਰਾਈਟਸ ਜੀ, ਤੁਸੀਂ ਉਹਨਾਂ ਨੂੰ ਉਹਨਾਂ ਦਾ ਕੰਮ ਕਰਨ ਦਿਓ, ਆਪਦਾ ਤੁਸੀਂ ਆਪ ਕਰੀ ਜਾਓ। ਸਰਕਾਰ ਨੇ ਪਰਮਿਸ਼ਨ ਦਿੱਤੀ ਹੈ ਇਵੈਂਟ ਕਰਨ ਦੀ। ਉਹਨਾਂ ਨੇ ਹੁਣ ਇਹਦੇ ਵਿੱਚ RCMP ਵੀ ਜਿਹੜਾ ਹੈ ਪੈਟਰੋਲ ਕਰ ਰਹੇ ਸੀਗੇ ਜੀ, ਉੱਥੇ ਪੁਲਿਸ ਵੀ ਉੱਥੇ ਸੀਗੀ ਜੋ ਕਿ ਪੂਰੇ ਇਵੈਂਟ ਨੂੰ ਦੇਖ ਰਹੇ ਸੀਗੇ, ਬਾਹਰ ਸਿਕਿਉਰਿਟੀ ਵੀ ਪੂਰੀ ਸੀਗੀ। ਇਸ ਦੇ ਵਿੱਚ ਪੁਲਿਸ ਨੇ ਕਿਹਾ ਜਿਹੜਾ ਸਮੋਕ ਬੰਬ ਸੀ ਉਹ ਫਿਸ਼ਰ ਔਰ ਮਾਰਟਿਨ ਲਿਊਰ ਆਇਲ ਨਾਲ ਬਣਾਇਆ ਗਿਆ ਸੀ, ਔਰ ਇਹਦੇ ਕਰਕੇ ਉਹਨਾਂ ਨੇ 2 ਸਸਪੈਕਟਸ ਨੂੰ ਅਰੈਸਟ ਵੀ ਕੀਤਾ। ਔਰ ਕਿਉਂਕਿ ਉਹ ਯੂਥ ਸੀਗੇ, ਉਹਨਾਂ ਦੇ ਬਾਰੇ ਜਿਹੜੀ ਇਨਫੋਰਮੇਸ਼ਨ ਹੈ ਉਹ ਜਨਤਕ ਨਹੀਂ ਕੀਤੀ ਗਈ ਹੈ, ਪਬਲਿਕ ਨਹੀਂ ਕੀਤੀ ਗਈ ਹੈ। ਪਰ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਗਲਤ ਗੱਲ ਹੈ ਜੀ ਇਹ ਜਿਹੜਾ ਤੁਸੀਂ ਛੇੜਦੇ ਹੋ। ਸ਼ਵੀ ਜੀ ਦੇਖੋ, ਪਹਿਲੀ ਗੱਲ ਤਾਂ ਜੇ ਯੂਥ ਸੀ ਉਹ ਜਦੋਂ ਵੱਡੇ ਹੋਣਗੇ ਕੀ ਕਰਨਗੇ ਜੀ। ਜੇ ਹੁਣੇ ਹੀ ਇਹ ਜਿਹੇ ਕੰਮ ਕਰਦੇ ਆ, ਉਹਨਾਂ ਦਿਮਾਗ ਦੇ ਵਿੱਚ ਇਹ ਸਾਰੀ ਚੀਜ਼ਾਂ ਪਾਈਆਂ ਗਈਆਂ ਨੇ ਕਿਸੇ ਵੱਲੋਂ, ਫॉर श्योर ਹੈ। ਕਿਉਂਕਿ ਕਹਿੰਦੇ ਨਾ ਲੈਕ ਆਫ ਇਨਫੋਰਮੇਸ਼ਨ ਇਜ਼ ਵੈਰੀ ਡੇਂਜਰਸ। ਕਹਿੰਦੇ ਨਾ ਪੂਰੀ ਜੇ ਇਨਫੋਰਮੇਸ਼ਨ ਤੁਹਾਡੇ ਕੋਲ ਨਾ ਹੋਵੇ ਤੇ ਉਹ ਬਹੁਤ ਇੱਕ ਗਲਤ ਗੱਲ ਹੋ ਜਾਂਦੀ ਹੈ। ਕਿਉਂਕਿ ਉਹਨਾਂ ਨੇ ਜੋ ਉਹਨਾਂ ਦਿਮਾਗ 'ਚ ਆਇਆ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਸ਼ਾਇਦ ਸੋਚਿਆ ਹੋਣਾ ਕਿ ਅਸੀਂ ਸ਼ਾਇਦ ਇੱਦਾਂ ਸਮੋਕ ਬੰਬ ਕਰਾਂਗੇ ਤੇ ਉਹ ਘਬਰਾ ਕੇ ਬੰਦ ਕਰ ਦੇਣਗੇ ਇਵੈਂਟ ਜਾਂ ਭੱਜ ਜਾਣਗੇ। ਉਹ ਫੜੇ ਵੀ ਗਏ ਨੇ ਜੀ। ਹੁਣ ਦੇਖਦੇ ਹਾਂ ਉਹਨਾਂ ਦੇ
ਉੱਪਰ ਕੇਸ ਚੱਲਦਾ ਚੱਲੂਗਾ, ਜੇਲ੍ਹ ਜਾਣਗੇ ਜੀ, ਬਿਕਾਜ਼ ਦਿਸ ਇਜ਼ ਵੈਰੀ ਸੀਰੀਅਸ ਜੀ। ਔਰ ਪੇਰੈਂਟਸ ਨੂੰ ਵੀ ਇਹਦਾ ਸਾਹਮਣਾ ਕਰਨਾ ਪੈਣਾ, ਕਿਉਂਕਿ ਰਿਪਰੈਜ਼ੈਂਟ ਤਾਂ ਉਹਨਾਂ ਨੇ ਹੀ ਕਰਨਾ, ਕਿਉਂਕਿ ਯੂਥ ਨੇ। ਔਰ ਇਹ ਜਿਹੜਾ ਪ੍ਰਾਈਡ ਇਵੈਂਟ ਹੈ ਉਹ ਹਰ ਸਾਲ ਹਰ ਸਿਟੀਜ਼ ਦੇ ਵਿੱਚ ਕੈਨੇਡਾ ਦੇ ਵਿੱਚ ਕੀਤਾ ਜਾਂਦਾ। ਦੇਖੋ ਇਹ ਤਾਂ ਹੁਣ ਐਕਸੈਪਟ ਕਰਨਾ ਪੈਣਾ ਜੀ। ਦੇਖੋ ਜਦੋਂ ਗਵਰਨਮੈਂਟ ਅਲਾਉ ਕਰਦੀ ਹੈ, ਜਿਹੜੀ ਪੁਲਿਸ ਦੀ ਪ੍ਰੈਜ਼ੈਂਸ ਹੁੰਦੀ ਹੈ, ਤੁਹਾਨੂੰ ਨਹੀਂ ਚੰਗਾ ਲੱਗਦਾ, ਤੁਸੀਂ ਆਪਦਾ ਘਰੇ ਬੈਠੋ ਜੀ। ਜਿਹਨੂੰ ਨਹੀਂ ਕੋਈ ਕੋਈ ਪਸੰਦ ਨਹੀਂ ਗਾ ਕਿਸੇ ਵੀ ਰੀਜ਼ਨ ਕਰਕੇ, ਪਰ ਤੁਸੀਂ ਇੰਟਰਫੀਅਰ ਕਰਕੇ ਉਹਨਾਂ ਨੂੰ ਬੌਦਰ ਨਾ ਕਰੋ ਜੀ। ਜੀ ਬਿਲਕੁਲ। ਸੋ ਮੈਨੂੰ ਲੱਗਦਾ ਹੈ ਕਿ ਇਹ ਹੁਣ ਸਤੰਬਰ ਦੇ ਪਹਿਲੇ ਵੀਕ ਦੇ ਵਿੱਚ, ਆਈ ਥਿੰਕ 3 ਸਤੰਬਰ ਸ਼ਾਇਦ, ਇੱਥੇ ਪੂਰਾ ਇੱਕ ਪ੍ਰਾਈਡ ਜਿਹੜੀ ਪਰੇਡ ਆ ਉਹ ਕੱਢੀ ਵੀ ਜਾਣੀ ਹੈ। ਤੇ ਇਹ ਹੇਟ ਕ੍ਰਾਈਮਸ ਜਿਹੜੇ ਨੇ ਭਾਜੀ ਇਹ ਬਹੁਤ ਵੱਧਦੇ ਜਾ ਰਹੇ ਨੇ, ਭਾਵੇਂ ਉਸ ਇੱਕ LGBT ਕਮਿਊਨਿਟੀ ਨੂੰ ਲੈ ਕੇ ਹੋਵੇ, ਜਾਂ ਫਿਰ ਰੇਸਿਜ਼ਮ ਨੂੰ ਲੈ ਕੇ ਹੋਵੇ, ਜਾਂ ਫਿਰ ਇੱਕ ਦੂਜੇ ਦੇ ਨਾਲ ਅਸੀਂ ਹੁਣ ਗੋਲੀਬਾਰੀ ਦੀ ਕਿੰਨੀਆਂ ਹੀ ਅਸੀਂ ਵਾਰਦਾਤਾਂ ਜਿਹੜੀਆਂ ਨੇ 4-5 ਹੋ ਗਈਆਂ ਨੇ ਜੀ, ਜਿੱਥੇ ਸ਼ੂਟਿੰਗ ਜਿਹੜੀ ਹੈ ਉਹ ਇਨਵੋਲਵਡ ਇੱਥੇ ਐਲਬਰਟਾ ਦੇ ਹੀ ਵਿੱਚ ਬਹੁਤ ਸਾਰੇ ਹੋ ਗਏ ਨੇ, ਮਾਲਸ ਦੇ ਵਿੱਚ ਹੋ ਰਹੇ ਨੇ। ਸੋ ਮੈਨੂੰ ਲੱਗਦਾ ਹੈ RCMP ਔਰ ਪੁਲਿਸ ਵੱਲੋਂ ਇੱਕ ਵਾਕਈ ਇੱਕ ਇਹ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਭਾਜੀ, ਜਿਹੜਾ ਹੇਟ ਕ੍ਰਾਈਮ ਹੈ। ਬਿਲਕੁਲ ਜੀ, ਹੇਟ ਕ੍ਰਾਈਮ ਹੈ ਨਾ ਜਿਹੜਾ, ਤੁਸੀਂ ਦੇਖੋ ਹੇਟ ਆਪਾਂ ਹਰ ਰੋਜ਼ ਜਿਹੜਾ ਕੋਟ ਕਰਦੇ ਆ ਜੀ, ਉਹ ਇੱਕੋ ਹੀ ਇਹ ਕਹਿੰਦਾ ਵੀ ਤੁਹਾਨੂੰ ਕੋਈ ਫਾਇਦਾ ਨਹੀਂ ਕਿਸੇ ਨਾਲ ਜੀ ਹੇਟ, ਜਾਂ ਤੁਸੀਂ ਨਫ਼ਰਤ ਕਿਸੇ ਨਾਲ ਕਰੋ, ਪਿਆਰ ਨਾ ਰਹੋ, ਜੋ ਮਰਜ਼ੀ ਹੈਗੀ ਯਾਰ ਉਹਨਾਂ ਦਾ ਰਿਲੀਜਨ ਆ ਜੋ ਵੀ ਆ ਜੀ ਜੀ, ਉਦੋਂ ਤੁਸੀਂ ਜੇ ਇੱਕ ਦੂਜੇ ਨਾਲ ਖੁਸ਼ ਹੋ ਕੇ ਮਿਲੋਗੇ ਤਾਂ ਵਧੀਆ ਰਹੂਗੀ, ਜੇ ਨਹੀਂ ਤਾਂ ਫਿਰ ਇਹ ਜਿਹੀਆਂ ਕੰਮ ਹੋ ਹੀ ਜਾਣੇ। ਕਿਹੜੇ ਦੇ ਵਿੱਚ ਕਿਸ ਚੀਜ਼ ਦੇ ਵਿੱਚ ਭਾਜੀ ਤੁਸੀਂ ਡਿਫਰੈਂਸ ਕਰੋਗੇ? ਰਿਲੀਜਨ ਦੇ ਵਿੱਚ ਤਾਂ ਆ ਗਿਆ ਜੀ ਜਦੋਂ ਹੇਟ ਕ੍ਰਾਈਮ ਹੁੰਦੇ ਨੇ, ਰੰਗ ਦੇ ਵਿੱਚ ਤਾਂ ਆ ਗਿਆ, ਸਾਰੇ ਪਾਸੇ ਹੇਟ ਕ੍ਰਾਈਮ ਹੁੰਦੇ। ਹੁਣ LGBTQ ਇਹ ਕੈਟੇਗਰੀਜ਼ ਜਿਹੜੀਆਂ ਨੇ ਇਹਦੇ ਨਾਲ ਤੁਹਾਡੀ ਹੇਟ ਵੱਧ ਗਿਆ ਜੀ। ਫਿਰ ਤੁਸੀਂ ਕਹਿੰਦੇ ਹੋ ਕਿ ਇਸ ਕੰਟਰੀ ਤੋਂ ਲੋਕ ਆ ਰਹੇ ਨੇ ਤਾਂ ਹੇਟ ਕ੍ਰਾਈਮ ਵੱਧ ਗਿਆ, ਫਿਰ ਇਸ ਲੈਂਗੁਏਜ ਦੇ ਲੋਕ ਕਿਉਂ ਆ ਰਹੇ ਨੇ, ਫਿਰ ਉਸੇ ਕੰਟਰੀ ਦੀ ਆਪਸ ਦੇ ਵਿੱਚ ਹੀ ਹੇਟ ਕ੍ਰਾਈਮ ਬਹੁਤ ਵੱਧ ਰਹੇ ਨੇ। ਉਹ ਕਹਿੰਦਾ ਮੈਂ ਇਸ ਕਮਿਊਨਿਟੀ ਦਾ, ਉਹ ਬੰਦਾ ਦੂਜੀ ਕਮਿਊਨਿਟੀ ਦਾ, ਬਹੁਤ ਜ਼ਿਆਦਾ ਹੈ ਜੀ ਇਹ। ਔਰ ਇੱਥੇ ਜ਼ਿਆਦਾ ਹੋ ਰਹੇ ਨੇ ਭਾਜੀ, ਇਹ ਤਾਂ ਬੈਕ ਹੋਮ ਵੀ ਇੰਨੇ ਹੇਟ ਕ੍ਰਾਈਮ ਜਿਹੜੇ ਨੇ ਉਹ ਘੱਟ ਹੁੰਦੇ ਨੇ। ਪਰ ਜੇ ਸ਼ਵੀ ਜੀ ਅਸੀਂ ਪਿੱਛੇ ਜਾਣੇ ਨਾ ਦੇਖਦੇ ਆ ਤਾਂ ਉਹ ਉਦੋਂ ਨਾਲੋਂ ਹੁਣ ਫਰਕ ਆ, ਹੁਣ ਘੱਟ ਆ, ਪਰ ਹੁਣ ਮੇਰਾ ਖਿਆਲ ਜ਼ਿਆਦਾ ਹੋਣ ਲੱਗ ਗਿਆ ਰੀਸੈਂਟਲੀ, ਬਿਕਾਜ਼ ਇਹ ਵੱਖਰੀਆਂ ਜਿਹੜੀਆਂ ਕਮਿਊਨਿਟੀਆਂ ਦਾ ਹੋਣ ਲੱਗ ਗਿਆ ਨਾ ਜੀ, ਉਹ ਪਹਿਲਾਂ ਨਹੀਂ ਸੀ ਜੀ। ਔਰ ਸਪੈਸ਼ਲੀ ਜਦੋਂ ਯੂਥ ਇਨਵੋਲਵ ਹੁੰਦਾ ਹੈ, ਇਹ ਜ਼ਰੂਰ ਇੱਕ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਹੀ ਸਾਡਾ ਫਿਊਚਰ ਨੇ। ਔਰ ਹੁਣ ਇਹਨਾਂ ਵੱਲੋਂ ਜਿਹੜੇ ਇਦਾਂ ਦੇ ਹੁਣ ਕ੍ਰਾਈਮ ਕਹਿ ਲਓ ਇਹ ਹੋਣ ਲੱਗ ਗਏ, ਜੋ ਕਿ ਮੈਨੂੰ ਲੱਗਦਾ ਇਹਦੇ ਉੱਪਰ ਜ਼ਰੂਰ ਪੇਰੈਂਟਸ ਨੂੰ ਵੀ ਕੰਮ ਕਰਨਾ ਚਾਹੀਦਾ। ਬਿਲਕੁਲ ਭਾਜੀ, ਅਗਲੀ ਖਬਰ ਵੀ ਜਿਹੜੇ ਬੱਚਿਆਂ ਨੂੰ ਲੈ ਕੇ ਆ ਰਹੀ ਹੈ ਔਰ ਉਹਨਾਂ ਦੇ ਜਿਹੜੇ ਫੈਮਿਲੀ ਬੈਨੀਫਿਟ ਹੈ ਉਹਨੂੰ ਲੈ ਕੇ ਆ ਰਹੀ ਹੈ ਕਿ ਇੱਕ ਐਲਬਰਟਾ ਪੇਰੈਂਟਸ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਗਸਤ ਦੇ ਚਾਈਲਡ ਔਰ ਫੈਮਿਲੀ ਬੈਨੀਫਿਟ ਨਹੀਂ ਮਿਲੇ। ਦੇਖੋ ਐਵਰੇਜ ਜਿਹੜੇ ਬੈਨੀਫਿਟ ਹੈ ਨਾ ਸ਼ਵੀ ਜੀ 20-22 ਤਰੀਕ ਦੇ ਕਰੀਬ ਆ ਜਾਂਦੇ ਆ। ਸੋ ਜਿਹੜੇ ਪੇਰੈਂਟਸ ਉਹ ਜਿਹੜਾ $700-800 ਆਉਂਦਾ ਉਹਦੇ ਤੇ ਡਿਪੈਂਡ ਕਰਦੇ ਆ ਜੀ, ਤੇ ਉਹ ਐਕਸਪੈਕਟ ਕਰਦੇ ਆ ਵੀ ਉਹਨਾਂ ਦੀ ਜਿਹੜੀ ਪੇਮੈਂਟ ਹੈ ਨਾ ਉਹ ਉਸ ਟਾਈਮ ਤੇ ਆ ਜਾਵੇ, ਜਿਹੜੇ ਟਾਈਮ ਤੇ ਹਰ ਮਹੀਨੇ ਆਉਂਦੀ ਆ ਜੀ। ਤੇ ਉਹ ਇਸ ਟਾਈਮ ਕੀ ਹੋਇਆ ਵੀ ਜਦੋਂ ਹੁਣ ਸਕੂਲ ਸਕਾਲ ਜਾਣ ਦਾ ਵੀ ਟਾਈਮ ਹੈ, ਤੇ ਉਹ ਜਿਹੜੀ ਨਿਊਜ਼ ਆਪਾਂ ਗੱਲ ਕਰਦੇ ਆ, ਉਹਨਾਂ ਦੀ ਐਕਸਪੈਕਟੇਸ਼ਨ ਸੀਗੀ ਵੀ 20-21 ਤਰੀਕ ਤੱਕ ਆ ਜਾਣਗੇ, ਤੇ ਉਹ ਨਹੀਂ ਆਏ, ਤੇ ਉਹਦੇ ਨਾਲ ਉਹਨਾਂ ਦੀਆਂ ਨਾ ਸਾਰੀਆਂ ਹੀ ਜੋ ਸੀਗੀਆਂ ਪਲਾਨ ਬਣਾਈਆਂ ਹੋਈਆਂ ਉਹ ਚੇਂਜ ਹੋ ਗਈਆਂ ਜੀ। ਬਿਲਕੁਲ, ਕਈ ਪੇਰੈਂਟਸ ਨੇ ਹੁਣ ਜ਼ਿਆਦਾ ਕੰਪਲੇਂਟ ਤਾਂ ਕੀਤੀ ਕਿਉਂਕਿ ਅਗੇਨ ਤੁਸੀਂ ਜਿਵੇਂ ਕਿਹਾ ਬੈਕ ਟੂ ਸਕੂਲ ਦਾ ਜਿਹੜਾ ਸਮਾਂ ਉਸ ਦੇ ਲਈ ਹੁਣ ਕੱਪੜਿਆਂ ਤੋਂ ਲੈ ਕੇ ਜਿਹੜੇ ਨਵੇਂ ਕਿਤਾਬਾਂ ਤੋਂ ਲੈ ਕੇ ਹਰ ਚੀਜ਼ ਜਿਹੜੀ ਉਹ ਪੇਰੈਂਟਸ ਲੈਂਦੇ ਨੇ। ਔਰ ਕਈ ਪੇਰੈਂਟਸ ਜਿਹੜੇ ਨੇ ਇਹਦੇ ਉੱਪਰ ਬਹੁਤ ਜ਼ਿਆਦਾ ਡਿਪੈਂਡੈਂਟ ਵੀ ਹੁੰਦੇ ਨੇ ਬੱਚਿਆਂ ਦੇ ਖਰਚਿਆਂ ਨੂੰ ਲੈ ਕੇ। ਬੇਸਿਕਲੀ ਜਿਹੜਾ ਇਹ ਬੈਨੀਫਿਟ ਵੀ ਹੈ ਉਹ ਬੱਚਿਆਂ ਦੇ ਖਰਚਿਆਂ ਨੂੰ ਹੀ ਪੂਰਾ ਕਰਨ ਲਈ ਬਣਾਇਆ ਗਿਆ, ਜਿੱਥੇ ਕਈ ਲੋਕਾਂ ਦਾ ਕਹਿਣਾ ਹੈ ਕਿ 2 ਬੱਚਿਆਂ ਦੇ ਜਿਵੇਂ ਉਹਨਾਂ ਨੂੰ $700 ਆਉਂਦੇ ਸੀਗੇ ਤੇ ਉਹਨਾਂ ਦਾ ਖਰਚਾ ਵੀ ਕਰਦੇ ਸੀਗੇ, ਔਰ ਸਪੈਸ਼ਲੀ ਬੈਕ ਟੂ ਸਕੂਲ ਕਰਕੇ ਬਹੁਤ ਔਖਾ ਹੋ ਗਿਆ ਜੀ ਉਹਨਾਂ ਦਾ ਹੁਣ। ਔਰ ਜਦੋਂ ਕੰਪਲੇਂਟ ਵੀ ਹੋਈ ਹੈ, ਜਦੋਂ ਫੋਨ ਵੀ ਕਰਦੇ ਨੇ ਤੇ ਉਹ 3 ਤੋਂ 4 ਦਿਨ ਵਰਕਿੰਗ ਡੇਜ਼ ਦਾ ਟਾਈਮ ਵੀ ਲੈਂਦੇ ਨੇ ਟੂ ਇਨਵੈਸਟੀਗੇਟ, ਤੇ ਉਹ ਕਹਿੰਦੇ ਨੇ ਕਦੋਂ ਤੱਕ ਇਨਵੈਸਟੀਗੇਟ ਕਰੋਗੇ, ਇਸੇ ਕਰਕੇ ਉਹ ਹੁਣ ਮੀਡੀਆ ਦੇ ਵਿੱਚ ਵੀ ਆਏ ਨੇ। ਦੇਖੋ ਕਿੰਨੀ ਵਧੀਆ ਦੇਸ਼ ਹੈ ਇਹ ਜੀ, ਕਿੰਨਾ ਵਧੀਆ ਦੇਸ਼ ਜੀ। ਬੱਚਿਆਂ ਨੂੰ ਵੀ ਗਵਰਨਮੈਂਟ ਪੈਸੇ ਦਿੰਦੀ ਹੈ ਜੀ, ਤੇ ਜਦੋਂ 65 ਤੋਂ ਉੱਤੇ ਬਜ਼ੁਰਗ ਹੋ ਜਾਂਦੇ ਆ ਉਹਨਾਂ ਨੂੰ ਵੀ ਗਵਰਨਮੈਂਟ ਪੈਸੇ ਜੀ। ਤੇ ਜੇ ਅਸੀਂ ਕਿਤੇ 2-4 ਦਿਨ ਗਵਰਨਮੈਂਟ ਲੇਟ ਹੋ ਜਾਂਦੀ ਦੇਣ 'ਚ,
ਤੇ ਉਦੋਂ ਹੀ ਅਸੀਂ ਕੰਪਲੇਨ ਕਰਨ ਲੱਗੇ। ਜੀ ਜੀ, ਅਸੀਂ ਥੈਂਕ ਯੂ ਕਦੇ ਵੀ ਨਹੀਂ ਕਰਦੇ। ਉਹ ਫਿਰ ਹੱਕ ਹੈ ਨਾ ਜੀ, ਹੱਕ ਇੱਕ ਵਾਰ ਜਿਹੜੀ ਚੀਜ਼ ਮਿਲ ਜਾਂਦੀ ਹੈ ਉਹ ਹੱਕ ਹੋ ਜਾਂਦੀ ਹੈ, ਫਿਰ ਜਦੋਂ ਨਹੀਂ ਮਿਲਦੀ ਤਾਂ ਕੰਪਲੇਂਟ ਹੋ ਜਾਂਦੀ ਹੈ। ਹੁਣ ਜਿੱਥੇ ਪੰਜਾਬ ਦੀ ਲੈ ਲਓ ਗੱਲ, ਇੰਡੀਆ ਦੀ ਲੈ ਲਓ, ਨਾਟ ਪੰਜਾਬ, ਬੱਚਿਆਂ ਦਾ ਕੋਈ ਬੈਨੀਫਿਟ ਨਹੀਂਗਾ। ਜਿਹੜੇ ਬਜ਼ੁਰਗ ਆ ਉਹਨਾਂ ਦੀ ਵੀ ਕਦੇ ਪੈਨਸ਼ਨ ਆਉਂਦੀ ਆ ਜਾਂ ਨਹੀਂ ਆਉਂਦੀ ਜੀ, ਉਹ ਸਰਕਾਰੀ ਹੋ ਗਏ ਤਾਂ ਹੀ ਆਉਂਦੇ, ਨਹੀਂ ਤਾਂ ਹਰ ਬੰਦੇ ਥੋੜੀ ਪੈਨਸ਼ਨ ਹੈ ਜਾਂ ਕਿਸੇ ਕੰਪਨੀ ਦੀ। ਜੇ ਇੱਥੇ ਦੇਖੋ ਬੱਚਾ ਜਿਹੜਾ ਜੀ ਉਹ ਪੈਦਾ ਹੋਣ ਸਾਰ ਉਹਨੂੰ 18 ਸਾਲ ਤੱਕ ਪੈਸੇ ਮਿਲਦੇ ਆ, ਜੇ ਤੁਹਾਡੀ ਜਿਹੜੀ ਇਨਕਮ ਲੈਵਲ ਦੇ ਹਿਸਾਬ ਨਾਲ। ਜੀ, ਜਿਹਦੀ ਇਨਕਮ ਜ਼ਿਆਦਾ ਆ ਉਹਨੂੰ ਨਹੀਂ ਮਿਲਦੇ। ਜੀ, ਜਿਹਦੀ ਇਨਕਮ ਥੋੜੀ ਆ, ਜਿੰਨੀ ਵੀ ਥੋੜੀ ਆ ਉਹਦੇ ਮੁਤਾਬਕ ਪੈਸੇ ਮਿਲਦੇ ਆ। ਜੀ, ਸੋ ਜਿਹੜੇ ਕੈਨੇਡਾ ਦੀ ਸਰਕਾਰ ਹੈ ਉਹਨਾਂ ਦੀ ਜੇ ਮੰਨੀਏ ਤੇ ਐਲਬਰਟਾ ਚਾਈਲਡ ਐਂਡ ਫੈਮਿਲੀ ਬੈਨੀਫਿਟ, ਜਿਹਨੂੰ ACFB ਕਿਹਾ ਜਾਂਦਾ ਹੈ, ਕਿ ਟੈਕਸ ਫ੍ਰੀ ਅਮਾਊਂਟ ਜਿਹੜੀ ਹੈ ਉਹ ਪੇ ਕੀਤੀ ਜਾਂਦੀ ਹੈ ਫੈਮਲੀਜ਼ ਨੂੰ, ਜਿਹੜੇ ਕਿ 18 ਸਾਲ ਤੋਂ ਘੱਟ ਜਿਹੜੇ ਬੱਚੇ ਨੇ ਉਹਨਾਂ ਨੂੰ ਦਿੱਤੀ ਜਾਂਦੀ ਹੈ। ਔਰ ਜੁਲਾਈ 2023 ਤੋਂ ਲੈ ਕੇ ਜੂਨ 2024 ਦੇ ਵਿੱਚ ਪੇਰੈਂਟਸ ਨੂੰ ਮਿਲ ਸਕਦੇ ਨੇ ਜੀ $1410, ਯਾਨੀ ਕਿ $117.50 ਪਰ ਮੰਥ ਪਹਿਲੇ ਬੱਚੇ ਲਈ, $705 ਯਾਨੀ ਕਿ $58.75 ਪਰ ਮੰਥ ਸੈਕੰਡ ਚਾਈਲਡ ਦੇ ਲਈ, ਦੂਜੇ ਬੱਚੇ ਲਈ, ਔਰ $705 ਯਾਨੀ ਕਿ $58.75 ਪਰ ਮੰਥ ਤੀਜੇ ਬੱਚੇ ਲਈ, ਔਰ $705 ਜੀ ਅਗੇਨ ਚੌਥੇ ਬੱਚੇ ਲਈ ਵੀ। ਔਰ ਜਿਹੜੀ ਇਸ ਬੈਨੀਫਿਟ ਨੇ ਇਹ ਘਟਦੀ ਜਾਂਦੀ ਹੈ ਜਦੋਂ ਫੈਮਿਲੀ ਦੀ ਇਨਕਮ ਵੀ ਇੰਕਰੀਜ਼ ਹੁੰਦੀ ਜਾਂਦੀ ਹੈ। ਜਦੋਂ $25,935 ਤੋਂ ਵੱਧ ਜਾਂਦੀ ਹੈ, ਸੋ ਜਿਹੜੇ ਇਹਦਾ ਸਲੈਬ ਹੈ ਉਹ ਚੇਂਜ ਹੋਇਆ ਜਾਂਦਾ ਹੈ। ਔਰ 25,935 ਔਰ 43,460 ਦੇ ਵਿੱਚ ਜਦੋਂ ਇਹ ਪਹੁੰਚਦੇ ਨੇ, ਸੋ ਪਾਰਸ਼ਲ ਬੈਨੀਫਿਟਸ ਦੇ ਲਈ ਉਹ ਐਲੀਜੀਬਲ ਹੁੰਦੇ ਨੇ। ਔਰ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀਆਂ ਪੇਮੈਂਟਾਂ ਨੇ ਇਹ ਕੈਨੇਡਾ ਚਾਈਲਡ ਬੈਨੀਫਿਟ ਤੋਂ ਅੱਡ ਨੇ, ਯਾਨੀ ਉਹ ਤਾਂ ਤੁਹਾਨੂੰ ਆਉਂਦੀਆਂ ਹੀ ਆਉਂਦੀਆਂ ਨੇ, ਔਰ ਇਹ ਵੀ ਤੁਹਾਨੂੰ ਐਲਬਰਟਾ ਦੇ ਲਈ ਇਹ ਬਣਾਈਆਂ ਗਈਆਂ ਨੇ। ਔਰ ਜਿਹੜੀ ਪੇਮੈਂਟ ਨੇ ਉਹ ਅਗਸਤ, ਨਵੰਬਰ, ਫੈਬਰੂਰੀ ਔਰ ਮਈ ਦੇ ਵਿੱਚ ਪੇ ਕੀਤੀਆਂ ਜਾਂਦੀਆਂ ਨੇ ਜੀ। ਔਰ ਇਹ ਪ੍ਰੋਗਰਾਮ ਫੁੱਲੀ ਫੰਡਡ ਹੈਗਾ ਐਲਬਰਟਾ ਸਰਕਾਰ, ਯਾਨੀ ਕਿ ਐਲਬਰਟਾ ਸਰਕਾਰ ਹੀ ਇਸ ਚੀਜ਼ ਦਾ ਧਿਆਨ ਰੱਖਦੀ ਹੈ। ਔਰ ਐਲਬਰਟਾ ਸਰਕਾਰ ਨੂੰ ਇਹ ਹੁਣ ਕੰਪਲੇਂਟਸ ਹੋ ਰਹੀਆਂ ਨੇ ਕਿ ਉਹਨਾਂ ਦੇ ਜਿਹੜੇ ਬੈਨੀਫਿਟਸ ਨੇ ਛੇਤੀ ਤੋਂ ਛੇਤੀ ਪਹੁੰਚਾਏ ਜਾਣ। ਉਹੀ ਤੁਹਾਡੀ ਗੱਲ ਠੀਕ ਹੈ ਭਾਜੀ, ਕਿ ਜਦੋਂ ਇਹ ਚੀਜ਼ਾਂ ਜਦੋਂ ਉੱਪਰੋਂ ਬੈਨੀਫਿਟ ਹੈ, ਐਕਚੁਅਲੀ ਦਿਸ ਇਜ਼ ਨਾਟ ਦੀ ਇਨਕਮ, ਬੈਨੀਫਿਟ ਜਦੋਂ ਮਿਲਦਾ ਤਾਂ ਫਿਰ ਬਿਲਕੁਲ ਥੈਂਕ ਯੂ ਨਹੀਂ ਹੁੰਦਾ। ਪਰ ਇਹ ਹੈ ਕਿ ਹੁਣ ਸਰਕਾਰ ਜਿਹੜੀ ਹੈ ਛੇਤੀ ਤੋਂ ਛੇਤੀ ਇਸ ਦੇ ਉੱਪਰ ਇਨਵੈਸਟੀਗੇਸ਼ਨ ਕਰਕੇ ਇਹਨਾਂ ਦੀ ਸ਼ਾਇਦ ਅਮਾਊਂਟ ਪਹੁੰਚਾ ਦੇਵੇ ਭਾਜੀ। ਬਿਲਕੁਲ। ਅਗਲੀ ਜਿਹੜੀ ਰਿਪੋਰਟ ਹੈ ਜਾਂ ਜਿਹੜੀ ਕਹਿ ਲਓ ਖਬਰ ਹੈ, ਉਹ ਸਾਈਬਰ ਕ੍ਰਾਈਮ ਦੇ ਨਾਲ ਜੁੜੀ। ਅਸੀਂ ਕਈ ਖਬਰਾਂ ਜਿਹੜੀਆਂ ਨੇ ਸਾਈਬਰ ਕ੍ਰਾਈਮ ਦੇ ਬਾਰੇ ਅਸੀਂ ਪਿੱਛੇ ਕੀਤੀਆਂ ਨੇ, ਔਰ ਹੁਣ ਪਤਾ ਲੱਗ ਰਿਹਾ ਹੈ ਕਿ ਇੱਕ ਆਰਗੇਨਾਈਜ਼ਡ ਸਾਈਬਰ ਕ੍ਰਾਈਮ ਜਿਹੜਾ ਹੈ ਉਹ ਤੋਂ ਕੈਨੇਡਾ ਦੀ ਜਿਹੜੀ ਨੈਸ਼ਨਲ ਸਿਕਿਉਰਿਟੀ ਹੈ ਉਹਨੂੰ ਇੱਕ ਬਹੁਤ ਵੱਡਾ ਖਤਰਾ ਹੋ ਸਕਦਾ। ਸਰ ਕਹਿੰਦੇ ਆ ਵੀ ਰਸ਼ੀਆ ਤੇ ਈਰਾਨ ਤੋਂ ਜੀ, ਬਾਕੀ ਜਿਵੇਂ ਕਹਿੰਦੇ ਆ ਵੀ ਹੋਰਨਾਂ ਤੋਂ ਵੀ ਹੋਊਗਾ ਜੀ, ਪਰ ਇਹ ਦੋਵਾਂ ਤੋਂ ਕਾਹਤੋਂ? ਉੱਥੇ ਸ਼ਾਇਦ ਜ਼ਿਆਦਾ ਸਾਈਬਰ ਵਾਲੇ ਬੈਠੇ ਹੋਏ ਜੀ। ਇਹ ਜਿਹੜਾ ਸਾਈਬਰ ਕ੍ਰਾਈਮ ਹੈ ਨਾ ਸ਼ਵੀ ਜੀ, ਇਹ ਇੱਕ ਬਹੁਤ ਵੱਡਾ ਪ੍ਰੋਬਲਮ ਹੈ ਸਾਰਿਆਂ ਵਾਸਤੇ, ਆਪਣੇ ਵਾਸਤੇ ਵੀ, ਜਿਹੜੇ ਆਮ ਨਾਗਰਿਕ ਆ ਉਹਨਾਂ ਲਈ ਵੀ, ਸਰਕਾਰਾਂ ਲਈ ਵੀ, ਬੈਂਕਾਂ ਲਈ ਵੀ। ਇਹ ਦੇਖੋ ਜਿੰਨਾ ਮਰਜ਼ੀ ਸਿਕਿਉਰਿਟੀਆਂ ਲਾਈ ਜਾਂਦੇ ਆ, ਉਹ ਜਿਹੜੇ ਕ੍ਰਾਈਮ ਵਾਲੇ ਆ ਨਾ, ਕ੍ਰਾਈਮ ਵਾਲੇ ਪਾਸੇ ਹੁਣ ਜੇ ਗੱਲ ਕਰੀਏ ਤਾਂ ਉਹ ਉਦੋਂ ਉੱਤੋਂ ਦੀ ਚਲੇ ਜਾਂਦੇ ਆ ਜੀ, ਇੱਕ ਸਟੈਪ ਉੱਤੇ ਜੀ। ਬਿਲਕੁਲ। ਜਿਹੜਾ ਦੇਖੋ ਸਿਕਿਉਰਿਟੀ ਸੈਟ ਕਰਦੇ ਆ ਉਹ ਵੀ ਉਹੀ ਆ ਕਰਨ ਵਾਲੇ, ਜਿਹੜੇ ਉਹਨੂੰ ਬ੍ਰੇਕ ਕਰਨ ਵਾਲੇ ਉਹ ਵੀ ਉਹੀ ਆ। ਬਿਲਕੁਲ ਜੀ। ਔਰ ਇਹ ਜਿਹੜੀ ਅਸੈਸਮੈਂਟ ਰਿਪੋਰਟ ਹੈ ਕੈਨੇਡੀਅਨ ਸੈਂਟਰ ਫॉर ਸਾਈਬਰ ਸਿਕਿਉਰਿਟੀ ਵੱਲੋਂ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹ ਕਹਿ ਰਹੇ ਨੇ ਅਗਲੇ 2 ਸਾਲਾਂ ਦੇ ਵਿੱਚ ਥ੍ਰੈਟ ਹੈ ਜੀ ਕੈਨੇਡੀਅਨ ਸਿਕਿਉਰਿਟੀ ਨੂੰ, ਆਨਲਾਈਨ ਜਿਹੜਾ ਹੈਗਾ। ਔਰ ਜਿਹੜੇ ਸੈਂਟਰ ਦੇ ਹੈਡ ਨੇ ਸੈਮੀ ਖੋਰੀ ਸਾਹਿਬ, ਉਹਨਾਂ ਨੇ ਕਿਹਾ ਕਿ ਰਸ਼ੀਆ ਔਰ ਈਰਾਨ, ਜਿਵੇਂ ਤੁਸੀਂ ਕਿਹਾ ਕਿ ਉਹ ਸੇਫ ਹੈਵਨਸ ਬਣ ਗਏ ਨੇ ਇਹਨਾਂ ਸਾਰੇ ਹੈਕਰਸ ਕਹਿ ਲਓ ਜਾਂ ਸਾਈਬਰ ਕ੍ਰਿਮੀਨਲਸ ਕਹਿ ਲਓ। ਔਰ ਰਸ਼ੀਅਨ ਇੰਟੈਲੀਜੈਂਸ ਜਿਹੜੀ ਹੈ ਇਹਨਾਂ ਨੂੰ ਇਹਨਾਂ ਦੀ ਮਦਦ ਵੀ ਕਰ ਰਹੀ ਹੈ, ਜਿਸ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਮਸਲਾ ਬਣ ਸਕਦਾ ਭਾਜੀ ਅਗਲੇ 2 ਸਾਲਾਂ ਤੱਕ ਸਪੈਸ਼ਲੀ। ਮੈਂ ਨਾ ਪਹਿਲਾਂ ਵੀ ਕਹਿਣ ਲੱਗਿਆ ਸੀ, ਗੱਲ ਦੁਬਾਰਾ ਫਿਰ ਕਰ ਦਿੰਦਾ ਜੀ। ਸ਼ਾਇਦ ਟਰੰਪ ਸਾਹਿਬ ਨੂੰ ਜ਼ਿਆਦਾ ਨੌਲੇਜ ਹੋਵੇ ਇਹਨਾਂ ਬਾਰੇ ਜੀ,
ਬਿਕਾਜ਼ ਉਹਨਾਂ ਦੀ ਜਦੋਂ ਪਹਿਲਾਂ ਇਲੈਕਸ਼ਨ ਹੋਈ ਸੀ ਉਹਦੇ 'ਚ ਵੀ ਬਹੁਤ ਰੌਲਾ ਪਿਆ ਸੀ ਜੀ ਰਸ਼ੀਆ ਦਾ। ਹਾਂਜੀ ਹਾਂਜੀ ਹਾਂਜੀ, ਸਹੀ ਗੱਲ। ਸੋ ਉੱਥੇ ਜਿਹੜੀ ਪ੍ਰੋਬਲਮ ਹੈ ਨਾ ਜੀ, ਜਿਹੜੀ ਲੋਕ ਜਾਂ ਜਿਹੜੀ ਗੌਰਮੈਂਟ ਆ ਉਹ ਬਹੁਤਾ ਧਿਆਨ ਨਹੀਂ ਦਿੰਦੀ। ਉਹ ਸਪੋਰਟ ਕਰਦੇ ਆ ਜਾਂ ਤਾਂ ਜਿਹੜੇ ਇਹੋ ਜਿਹੇ ਲੋਕ ਆ ਸਪੈਸ਼ਲੀ ਕੈਨੇਡਾ ਅਮਰੀਕਾ ਦੇ ਤੇ ਜਿਹੜੇ ਉਹ ਜੋ ਕਰਨਾ ਚਾਹੁੰਦੇ ਆ। ਪਰ ਮੈਨੂੰ ਲੱਗਦਾ ਭਾਜੀ ਇਹ ਰਸ਼ੀਆ ਤੇ ਈਰਾਨ ਦਾ ਚਲੋ ਨਾਂ ਲਿਖਿਆ, ਪਰ ਅਸੀਂ ਜਦੋਂ ਆਪਣੇ ਬੈਕ ਹੋਮ ਦੀ ਗੱਲ ਕਰਦੇ ਹਾਂ ਜਿਹੜੇ ਸਕੈਮਸ ਨੇ, ਇੱਕ ਤਾਂ ਹੁੰਦਾ ਸਾਈਬਰ, ਇੱਕ ਤਾਂ ਸਾਈਬਰ ਹੁੰਦਾ, ਇੱਕ ਆਨਲਾਈਨ, ਦੂਜੇ ਵੀ ਸਕੈਮ ਨੇ, ਫੋਨ ਵਾਲੇ ਸਕੈਮ, ਫੋਨ ਵਾਲੇ। ਹਾਂ, ਉਹ ਤੁਸੀਂ ਮੰਨੋਗੇ ਕਈ ਵਾਰ ਮੈਨੂੰ ਕਿਸੇ ਨੇ ਕਿਹਾ ਸੀ ਜੀ ਬਹੁਤ ਸਾਲ ਪਹਿਲਾਂ, ਕਹਿੰਦੇ ਜਦੋਂ ਤੁਹਾਨੂੰ ਏਦਾਂ ਫੋਨ ਆਉਂਦੇ ਰਹਿਣ ਤੁਸੀਂ ਪੰਜਾਬੀ ਬੋਲਣੀ ਸ਼ੁਰੂ ਕਰ ਦਿਆ ਕਰੋ। ਔਰ ਤੁਸੀਂ ਵਾਕਈ ਕਰਕੇ ਦੇਖਿਓ, ਮੈਂ ਕਰਕੇ ਦੇਖਿਆ, ਥੋੜੀ ਦੇਰ ਬਾਅਦ ਅਗਲਾ ਵੀ ਪੰਜਾਬੀ ਬੋਲ ਕੇ ਫੋਨ ਕੱਟ ਦਿੰਦਾ, ਕੱਢ ਕੇ ਗਾਲਾਂ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਸ ਬੰਦੇ ਨੂੰ ਪਤਾ ਲੱਗ ਗਿਆ। ਔਰ ਤੁਸੀਂ ਭਾਵੇਂ ਉਹਨਾਂ ਨਾਲ 20 25 ਮਿੰਟ ਗੱਲ ਕਰੀ ਚੱਲੋ, ਉਹ ਤੁਹਾਨੂੰ ਟਰੈਕ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਨੇ ਕਿਵੇਂ ਹੈ ਕਿਵੇਂ ਨਹੀਂ ਹੈ। ਸੋ ਉਹ ਜਿਹੜਾ ਹੈ, ਸੋ ਇਹ ਨਹੀਂ ਪਤਾ ਕਿ ਹੁਣ ਕਿਹੜੀ ਕੰਟਰੀ ਤੋਂ ਅਟੈਕ ਹੋ ਸਕਦਾ ਹੈ, ਕਿਹੜੀ ਕੰਟਰੀ ਤੋਂ ਆਨਲਾਈਨ ਤੁਹਾਡੀ ਜਿਹੜੀ ਸਿਕਿਉਰਿਟੀ ਉਹਨੂੰ ਤੋੜਿਆ ਜਾ ਸਕਦਾ, ਕਿਉਂਕਿ ਆਨਲਾਈਨ ਤਾਂ ਭਾਜੀ ਕਿਤੇ ਵੀ ਬੈਠਾ ਬੰਦਾ ਕਿਤੇ ਵੀ ਪਹੁੰਚ ਸਕਦਾ। ਔਰ ਤੁਹਾਡੀ ਸਕਿੱਲ ਦੇ ਉੱਪਰ ਹੈ ਜਾਂ ਹੈਕਿੰਗ ਸਕਿੱਲਸ ਦੇ ਉੱਪਰ ਮੈਂ ਕਹਾਂਗਾ ਕਿਤੇ ਸਿਕਿਉਰਿਟੀ ਤੋੜੀ ਜਾ ਸਕੇ। ਔਰ ਸਕੈਮਸ ਜਿਹੜੇ ਨੇ, ਭਾਵੇਂ ਅਸੀਂ ਪਿੱਛੇ ਗ੍ਰੈਂਡ ਪੇਰੈਂਟਸ ਸਕੈਮ ਦੇ ਬਾਰੇ ਵੀ ਗੱਲਬਾਤ ਕੀਤੀ ਸੀ, ਬਿਲਕੁਲ ਉਹ ਵੀ ਆਨਲਾਈਨ ਹੁੰਦਾ ਸੀ, ਫਿਰ ਫੋਨ ਤੋਂ ਸ਼ੁਰੂ ਹੁੰਦਾ ਸੀ। ਔਰ ਇਹ ਜਿਹੜੇ ਹੁਣ ਡਿਜੀਟਲ ਹੋਣ ਲੱਗ ਗਏ ਜਾਂ ਫੋਨਾਂ ਦੇ ਥਰੂ ਜਾਂ ਆਨਲਾਈਨ ਦੇ ਥਰੂ, ਇਹਦੇ ਕਰਕੇ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਨੈਸ਼ਨਲ ਥ੍ਰੈਟ ਹੈ ਇਹ ਕੱਲਾ ਇੱਕ ਉਹਦੇ ਤੇ ਨਹੀਂ ਹੋਣਾ ਕਿ ਸਰਕਾਰੀ ਏਜੰਸੀ ਤੇ ਹੋ ਰਿਹਾ, ਇਹ ਸਕੂਲਾਂ ਦੇ ਉੱਪਰ, ਹਸਪਤਾਲਾਂ ਦੇ ਉੱਪਰ, ਹੋਰ ਵੀ ਕਈ ਜਿਹੜੇ ਇੰਫਰਾਸਟ੍ਰਕਚਰ ਨੇ, ਕ੍ਰਿਟੀਕਲ ਇੰਫਰਾਸਟ੍ਰਕਚਰ ਦੇ ਉੱਪਰ ਅਟੈਕ ਕਰ ਸਕਦਾ। ਬਿਲਕੁਲ। ਦੇਖੋ ਜਿਹੜੀ ਤੁਸੀਂ ਗੱਲ ਕਰੀ ਨਾ ਫੋਨ ਵਾਲੇ, ਜੀ ਜਿਹੜੀਆਂ ਉਹ ਆਉਂਦੀਆਂ ਹੈਗੀਆਂ ਕਾਲਾਂ, ਜੀ ਉਹ ਇੰਡੀਆ ਤੋਂ ਤਾਂ ਬਹੁਤ ਜ਼ਿਆਦਾ ਆਉਂਦੀਆਂ ਜੀ। ਜਿਹੜੇ ਬਾਕੀ ਦੇ ਇਹੋ ਜਿਹੀਆਂ ਜਿਹੜੇ ਸਾਈਬਰ ਕ੍ਰਾਈਮ, ਜਿਵੇਂ ਜਿਹੜੀ ਆਪਾਂ ਗੱਲ ਕਰਦੇ ਆ, ਇਹ ਇੰਡੀਆ ਤੋਂ ਵੀ ਬੈਠੇ ਹੋਣਗੇ ਬਹੁਤ ਲੋਕ, ਪਰ ਜਿਹੜੀਆਂ ਕੰਟਰੀ ਆ ਨਾ, ਜਿਵੇਂ ਰਸ਼ੀਆ ਲੈ ਲਓ ਜਾਂ ਕੋਈ ਹੋਰ ਕੰਟਰੀ ਲੈ ਲਓ ਜਿੱਥੇ ਵਿਹਲੇ ਬੰਦੇ ਆ ਜੀ, ਉਹਨਾਂ ਦਾ ਕੰਮ ਹੀ ਇਹ ਹੈ ਜੀ, ਉਹਨਾਂ ਨੇ ਕਿਸੇ ਨਾ ਕਿਸੇ ਢੰਗ ਨਾਲ ਕੋਈ ਨਾ ਕੋਈ ਲੱਭ ਲੈਣਾ ਕੁਛ ਜੀ ਜੀ। ਔਰ ਕੈਨੇਡਾ ਦੀ ਜਿਹੜੀ ਡਿਜੀਟਲ ਸਪਾਈ ਏਜੰਸੀ ਹੈ ਉਹਨਾਂ ਨੇ ਔਰ RCMP ਨੇ ਕਿਹਾ ਹੈ ਕਿ ਸਾਈਬਰ ਕ੍ਰਾਈਮਸ ਜਿਹੜੇ ਨੇ ਉਹ ਜ਼ਿਆਦਾਤਰ ਅਨਰਿਪੋਰਟਡ, ਯਾਨੀ ਕਿ ਰਿਪੋਰਟ ਹੀ ਨਹੀਂ ਲੋਕੀ ਕਰਦੇ। ਔਰ ਉਹਨਾਂ ਨੇ ਲੋਕਾਂ ਤੋਂ ਔਰ ਬਿਜ਼ਨੈਸਸ ਤੋਂ ਇਹ ਰਿਕੁਐਸਟ ਕੀਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਇਸ ਨੂੰ ਰਿਪੋਰਟ ਕੀਤਾ ਜਾਵੇ ਔਰ ਲਾਅ ਇਨਫੋਰਸਮੈਂਟ ਦੇ ਕੋਲ ਖਬਰ ਹੋਵੇ ਕਿ ਕਿੰਨੇ ਕੁ ਕੇਸਿਸ ਹੋਏ ਨੇ, ਕਿਉਂਕਿ ਇਹਦੇ ਕੇਸਿਸ ਫੜੇ ਨਹੀਂ ਜਾ ਰਹੇ ਜੀ, ਕਿੰਨੇ ਕੇਸਿਸ ਹੋਏ, ਪਰ ਰਿਪੋਰਟ ਵੀ ਨਹੀਂ ਨਾ ਕਰਦੇ ਬਹੁਤ, ਜਿਵੇਂ ਤੁਸੀਂ ਗੱਲ ਕਰਦੇ ਆ ਜੀ, ਬਹੁਤ ਲੋਕ ਆ ਜਿਹੜੇ ਰਿਪੋਰਟ ਨਹੀਂ ਕਰਦੇ ਜੀ ਜੀ। ਸੋ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਹੈ ਬਹੁਤ ਇੰਪੋਰਟੈਂਟ ਹੈ ਕਿ ਇਹ ਕੋਲੈਬੋਰੇਸ਼ਨ ਹੋਵੇ ਅਥਾਰਟੀਜ਼ ਔਰ ਜਿਹੜੇ ਲੋਕ ਨੇ, ਸਪੈਸ਼ਲੀ ਬਿਜ਼ਨੈਸਸ ਨੇ, ਤਾਂ ਜੋ ਇਕੱਠੇ ਹੋ ਕੇ ਜਿਹੜਾ ਹੈ ਤੇ ਕੰਮ ਕੀਤਾ ਜਾਵੇ ਔਰ ਇਹਨੂੰ ਬਿਲਕੁਲ ਪ੍ਰੀਵੈਂਟ ਜਿਹਨੂੰ ਕਹਿੰਦੇ ਨੇ ਉਹ ਕੀਤਾ ਜਾਵੇ। ਔਰ ਇਹ ਜਿਹੜੀ ਰਿਪੋਰਟ ਹੈ ਕੈਨੇਡੀਅਨ ਸੈਂਟਰ ਫॉर ਸਾਈਬਰ ਸਿਕਿਉਰਿਟੀ ਨੇ ਕਿਹਾ ਕਿ ਆਰਗੇਨਾਈਜ਼ਡ ਸਾਈਬਰ ਕ੍ਰਿਮੀਨਲ ਗਰੁੱਪਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਖਤਰਨਾਕ ਹੋ ਸਕਦੇ ਨੇ। ਔਰ ਇਸ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਨੇ, ਪਿੱਛੇ ਅਸੀਂ ਸਨਕੌਰ ਦਾ ਵੀ ਸੁਣਿਆ ਸੀ ਜੀ, ਬਿਲਕੁਲ ਕੁਝ ਮਿੰਟਾਂ ਲਈ ਜੇ ਬੰਦ ਕਰਤਾ ਸੀ ਉਹਨਾਂ ਦਾ ਸਿਸਟਮ, ਤੇ ਕਹਿੰਦੇ ਨੇ ਮਿਲੀਅਨਸ ਆਫ ਡਾਲਰਸ ਦਾ ਜਿਹੜਾ ਹੈ ਲਾਸ ਹੋ ਸਕਦਾ ਹੈ, ਹੋ ਵੀ ਗਿਆ ਸ਼ਾਇਦ। ਤਾਂ ਇਹ ਜਿਹੜੀਆਂ ਕੱਲੀਆਂ ਵੱਡੀਆਂ ਕੰਪਨੀਆਂ ਨੂੰ ਨਹੀਂ, ਹੋਰ ਵੀ ਜਿਵੇਂ ਸਕੂਲ, ਹਸਪਤਾਲ, ਜਿਹੜੇ ਸਾਰੇ ਪਾਸੇ ਹੀ ਹੈ ਜੀ ਇਫੈਕਟ ਕਰਦੀ ਹੈ। ਦੇਖੋ ਜਿਹੜੀ ਤੁਹਾਡੀ ਆਇਡੈਂਟੀਟੀ ਹੈ ਜੀ, ਰਾਈਟ, ਉਹਦੇ ਚ ਹੁਣ ਆਪਾਂ ਪਿਛਲੇ ਵੀਕ ਮੇਰਾ ਖਿਆਲ ਆਪਾਂ ਕਿਸੇ ਦੀ ਕਰੀ ਸੀ ਅਲਬਰਟਾ ਗਵਰਨਮੈਂਟ ਦੀ ਜੀ, ਜਿੱਥੇ ਲੋਕਾਂ ਦੀ ਆਇਡੈਂਟੀਟੀ ਲੂਜ਼ ਹੋਈ। ਹਾਂਜੀ ਹਾਂਜੀ, ਰਾਈਟ, ਉਹ ਵੀ ਬਹੁਤ ਵੱਡਾ ਨੁਕਸਾਨ ਹੈ। ਸੋ ਉਹੀ ਗੱਲ ਹੈ ਨਾ ਜੀ, ਆਇਡੈਂਟੀਟੀ ਹੀ ਨੁਕਸਾਨ ਹੋਏਗੀ ਜੇ ਹਸਪਤਾਲ ਨੂੰ ਅਟੈਕ ਕਰਨਗੇ ਤਾਂ। ਬਿਲਕੁਲ। ਸੋ ਮੈਨੂੰ ਲੱਗਦਾ ਇੱਥੇ ਛੇਤੀ ਤੋਂ ਛੇਤੀ ਜਿਹੜਾ ਹੈ ਉਹ ਕੰਮ ਹੋਣਾ ਚਾਹੀਦਾ ਹੈ, ਤੇ ਤਾਂ ਜੋ ਜਿਹੜਾ ਇਸ ਨੂੰ ਪ੍ਰੀਵੈਂਟ ਕੀਤਾ ਜਾ ਸਕੇ, ਇਗਨੋਰ ਕੀਤਾ ਜਾ ਸਕਦੇ। ਪਰ ਇਹ ਅਗਲੇ 2 ਸਾਲਾਂ ਤੱਕ ਹਾਈ ਅਲਰਟ ਤੇ ਮੈਨੂੰ ਲੱਗਦਾ ਇਹ ਰਹਿਣਾ, ਔਰ ਲੋਕਾਂ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ ਜੀ, ਔਰ ਪਹੁੰਚ ਵੀ ਗਈ ਹੈ। ਲੋ ਭਾਜੀ, ਖਬਰ ਤਾਂ ਪਹੁੰਚ ਗਈ, ਹੁਣ ਸਾਡਾ ਵੀ ਪਹੁੰਚਣ ਦਾ ਟਾਈਮ ਹੋ ਗਿਆ ਹੈ। ਬਿਲਕੁਲ ਤਿਆਰੀ ਹੋ ਗਈ, 2 ਸੀਟਰ ਅੱਜ, ਨਾਲੇ ਫਲਾਈਂਗ ਕਾਰ ਜਿਵੇਂ ਤੁਸੀਂ ਕੱਲ ਕਿਹਾ ਸੀ। ਸੋ ਪਹੁੰਚਦੇ ਆ ਜੀ, ਟਾਈਮ ਨਹੀਂ ਲਾਉਂਦੇ ਵੈਸੇ, ਨਾ ਟਾਈਮ ਨਹੀਂ ਲਾਣਾ ਭਾਜੀ, ਕਿਉਂਕਿ ਸਾਨੂੰ ਡਾਇਰੀ ਵੀ ਜਿਹੜੀ ਮੇਰੇ ਵੱਲ ਦੇਖਦੀ ਹੁੰਦੀ ਹੈ। ਫਟਾਫਟ ਛੇਤੀ ਛੇਤੀ ਪਹੁੰਚੀ ਆਪਾਂ। ਤੇ ਅੱਜ ਦੀ
ਲਾਲ ਡਾਇਰੀ ਚ ਕੀ ਕਹਿੰਦੀ ਹੈ ਸ਼ਾਇਰੀ? ਲਾਲ ਡਾਇਰੀ ਤਾਂ ਦੇਖੋ ਹਰ ਰੋਜ਼ ਕਹਿੰਦੀ ਹੈ ਕੁਛ, ਪਰ ਲਾਲ ਡਾਇਰੀ ਦਾ ਜ਼ਰੀਆ ਮੈਂ ਬਣ ਜਾਣਾ, ਪਰ ਕਹਿੰਦੀ ਤੁਹਾਨੂੰ। ਹਾਏ ਹਾਏ, ਲਿਆਓ ਜੀ ਫਿਰ ਇਰਸ਼ਾਦ। ਤੇ ਤੁਸੀਂ ਫਿਰ ਗਾਂ ਆਪਦੇ ਕੋਲੇ ਨਹੀਂ ਰੱਖਦੇ, ਗਾਂ ਭੇਜ ਦਿੰਦੇ ਆ। ਉਹ ਫਿਰ ਭੇਜਣਾ ਪੈਂਦਾ, ਕਿਉਂਕਿ ਸਾਨੂੰ ਕਈ ਵਾਰ ਟਿਕਟੌਕ ਤੇ ਭੇਜਣਾ ਪੈਂਦਾ, ਕਈ ਵਾਰ ਹੋਰ ਪਾਸੇ ਭੇਜਣਾ ਪੈਂਦਾ। ਲਿਆਓ ਫਿਰ। ਸੋ ਲਾਲ ਡਾਇਰੀ ਕਹਿੰਦੀ ਹੈ ਸ਼ਵੀ ਜੀ, ਸ਼ਰੀਫ ਜੀ ਕੋਈ ਨਹੀਂ ਹੁੰਦਾ ਸੱਜਣਾ, ਸ਼ਰੀਫ ਕੋਈ ਨਹੀਂ ਹੁੰਦਾ ਸੱਜਣਾ, ਸਭ ਦੇ ਆਪਣੇ ਆਪਣੇ ਰਾਜ ਹੁੰਦੇ ਨੇ। ਹਾਏ ਹਾਏ। ਸ਼ਰੀਫ ਕੋਈ ਨਹੀਂ ਹੁੰਦਾ ਸੱਜਣਾ, ਸਭ ਦੇ ਆਪਣੇ ਆਪਣੇ ਰਾਜ ਹੁੰਦੇ ਨੇ ਜੀ। ਕਈ ਬੇਫਿਕਰ ਸਾਡੇ ਵਰਗੇ ਬਦਨਾਮ ਹੁੰਦੇ ਨੇ। ਹਾਏ ਹਾਏ। ਕਈ ਬੇਫਿਕਰ ਸਾਡੇ ਵਰਗੇ ਬਦਨਾਮ ਹੁੰਦੇ ਨੇ। ਅਕਲਾਂ ਵਾਲਿਆਂ ਦੇ ਚਿਹਰੇ ਤੇ ਸਦਾ ਹੀ ਨਕਾਬ ਹੁੰਦੇ ਨੇ। ਕਿਆ ਬਾਤ ਹੈ, ਕਿਆ ਬਾਤ ਹੈ, ਵਾਹ। ਮੈਂ ਕਹਿੰਦਾ ਕਮਾਲ ਕਰਤੀ। ਸੋ ਹੁਣ ਤੁਸੀਂ ਇਹਨੂੰ, ਇਹ ਮੇਰੇ ਚਿਹਰੇ ਤੇ ਨਹੀਂ ਸੀ ਕਹਿ ਰਹੇ ਸੀ? ਅਸੀਂ ਤੁਹਾਨੂੰ ਪਹੁੰਚਾਤਾ, ਅਸੀਂ ਹੁਣ ਜਿਵੇਂ ਮਰਜ਼ੀ ਲਈਏ, ਤੁਸੀਂ ਜੋ ਮਰਜ਼ੀ ਕਰੋ। ਨਹੀਂ ਨਹੀਂ, ਸਹੀ ਹੈ ਬਾਜੀ, ਬਹੁਤ ਵਧੀਆ। ਚਲੋ ਨਕਾਬ ਵੀ ਦੱਸਤਾ ਤੇ ਅਕਲ ਵਾਲਾ ਵੀ ਦੱਸਤਾ। ਇਹ ਪਤਾ ਨਹੀਂ ਹੁਣ ਸਾਡੇ ਤੇ ਹੈ ਤੇ ਕਿਹਦੇ ਤੇ ਹੈ, ਪਰ ਜਿਹਦੇ ਤੇ ਵੀ ਹੈ ਬਹੁਤ ਵਧੀਆ ਜੀ ਲਿਖਿਆ ਔਰ ਬਹੁਤ ਵਧੀਆ ਤੁਸੀਂ ਸੁਣਾਇਆ। ਔਰ ਇਸ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਹਿੰਦੁਸਤਾਨ। ਸੋ ਹਿੰਦੁਸਤਾਨ ਦੇ ਵਿੱਚ ਭਾਜੀ ਖਬਰ ਜਿਹੜੀ ਇਸ ਪਿੱਛੇ ਬਹੁਤ ਲਾਸਟ ਵੀਕ ਜਿਹੜਾ ਉਹ ਫੁੱਲ ਆਫ ਮੀਮਸ ਕਹਿ ਲਓ, ਫੁੱਲ ਆਫ, ਕਈ ਲੋਕਾਂ ਨੇ ਜੋਕਸ ਵੀ ਬਣਾਏ, ਕਈ ਲੋਕਾਂ ਨੇ ਵੈਲਕਮ ਕੀਤਾ ਜੀ, ਜਿੱਥੇ ਚੰਦਰਯਾਨ 3 ਬਹੁਤ ਵੱਡੀ ਇੱਕ ਪ੍ਰਾਊਡ ਗੱਲ ਰਹੀ। ਆਲ ਓਵਰ ਦਾ ਵਰਲਡ ਜਿਹੜੇ ਹਿੰਦੁਸਤਾਨ ਨੂੰ ਪਿਆਰ ਕਰਨ ਵਾਲੇ ਨੇ, NRIs ਨੇ, ਔਰ ਨਾਲ ਦੇ ਨਾਲ ਅਫਕੋਰਸ 140 ਕਰੋੜ ਜਿਹੜੀ ਹਿੰਦੁਸਤਾਨੀ ਜਨਤਾ ਹੈ, ਇੰਡੀਆ ਦੀ ਜਿਹੜੀ ਜਨਤਾ ਹੈ, ਪੋਪੂਲੇਸ਼ਨ ਹੈ, ਉਹਨਾਂ ਨੇ ਵੈਲਕਮ ਕੀਤਾ ਜਦੋਂ ਉਹਨਾਂ ਨੇ ਲੈਂਡਿੰਗ ਕੀਤੀ ਜੀ ਮੂਨ ਤੇ ਜਾ ਕੇ, ਸਾਊਥ ਪੋਲ ਤੇ ਜਾ ਕੇ। ਔਰ ਕਈ ਚੀਜ਼ਾਂ ਉਹਦੇ ਵਿੱਚੋਂ ਨਿਕਲ ਕੇ ਆਈਆਂ ਜਿਨ੍ਹਾਂ ਨੇ ਇਸ ਚੀਜ਼ ਨੂੰ ਬਹੁਤ ਸਾਰੀਆਂ ਚੀਜ਼ਾਂ ਨਾਲ ਜੋੜਤਾ ਜੀ। ਇੱਥੇ ਪਿੱਛੇ ਕੋਈ ਦੱਸ ਰਿਹਾ ਸੀ, ਖਬਰ ਇਹ ਵੀ ਆਈ ਹੈ ਕਿ ਕਹਿੰਦੇ ਜਿੱਥੇ ਉਹ ਪਹੁੰਚਿਆ ਨਾ ਜੀ, ਜਿੱਥੇ ਉਹਨੇ ਲੈਂਡਿੰਗ ਕੀਤੀ ਹੈ, ਕਹਿੰਦੇ ਉੱਥੇ ਵੀ ਕੁਛ ਨਾ ਕੁਛ ਜਿਹੜਾ ਹੈ ਉਹ ਕਰਨਾ ਚਾਹੀਦਾ, ਪਾਠ ਪੂਜਾ ਕਰਾਉਣੀ ਚਾਹੀਦੀ ਹੈ। ਇੱਦਾਂ ਦੀ ਵੀ ਚੀਜ਼ਾਂ ਕਈ ਆਈਆਂ ਨੇ, ਕਿਉਂਕਿ ਸਾਡਾ ਜਿਹੜਾ ਸੱਭਿਅਤਾ, ਹਿੰਦੁਸਤਾਨੀ ਸੱਭਿਅਤਾ ਕਿਤੇ ਨਾ ਕਿਤੇ ਜੁੜੀ ਹੋਈ ਹੈ ਜੀ ਕਈ ਸੈਂਟੀਮੈਂਟਸ ਦੇ ਨਾਲ। ਦੇਖੋ ਉੱਥੇ ਪਾਠ ਪੂਜਾ ਵੀ ਕਰਨੀ ਚਾਹੀਦੀ ਹੈ, ਉੱਥੇ ਸਾਰਾ ਕੁਝ ਹੀ ਕਰਨਾ ਚਾਹੀਦਾ, ਉੱਥੇ ਕਬਜ਼ਾ ਵੀ ਕਰਨਾ ਚਾਹੀਦਾ। ਕਬਜ਼ੇ ਦੀ ਵੀ ਗੱਲ ਆਈ ਹੈ ਜੀ ਇੱਕ, ਉਹ ਕਬਜ਼ੇ ਦੀ ਵੀ ਗੱਲ ਹੈ। ਕੱਲ ਤੁਹਾਨੂੰ ਪੂਰੀ ਰਿਸਰਚ ਕਰਕੇ ਦੱਸਾਂਗੇ ਕਿਹੜੀ ਪੂਰੀ ਉਹਦੇ ਤੇ ਗੱਲ ਹੈ। ਉਹ ਤਾਂ ਕਹਿੰਦੇ ਨੇ ਉਹ ਜਿਹੜਾ ਪਾਰਟ ਹੈ ਨਾ, ਉਹ ਕਹਿੰਦੇ ਨੇ ਉਹਨੂੰ ਵੀ ਹਿੰਦੂ ਰਾਸ਼ਟਰ ਘੋਸ਼ਿਤ ਕਰ ਦਿਓ। ਕਿਸੇ ਬੜੇ ਮਹਾਨ ਪੰਡਿਤ ਜੀ ਨੇ ਇਹ ਵੀ ਚੀਜ਼ ਕਹੀ ਹੈ। ਸੋ ਏਦਾਂ ਦੀਆਂ ਗੱਲਾਂ ਬਹੁਤ ਆਈਆਂ ਨੇ ਜੀ ਉੱਥੋਂ। ਪਰ ਹੁਣ ਜਿਹੜੀ ਸਾਇੰਟੀਫਿਕਲੀ ਆਪਾਂ ਗੱਲ ਕਰੀਏ, ਮੈਨੂੰ ਲੱਗਦਾ ਨਾ ਪਹਿਲਾਂ ਉਹ ਕਰਦੇ ਸਾਇੰਟੀਫਿਕਲੀ ਵੀ। ਹਾਂਜੀ, ਪਹਿਲਾਂ ਤੁਸੀਂ ਗੱਲ ਕਰੀ ਆ ਹਿੰਦੂ ਰਾਸ਼ਟਰ ਦੀ। ਹਾਂਜੀ, ਸੋ ਮੈਨੂੰ ਲੱਗਦਾ ਉੱਥੇ ਮੋਦੀ ਸਾਹਿਬ ਕਿਤੇ ਜਾ ਕੇ ਪ੍ਰਾਈਮ ਮਿਨਿਸਟਰ ਉੱਥੇ ਵੀ ਨਾ ਬਣ ਜਾਣ। ਕੁਛ ਨਹੀਂ ਪਤਾ ਜੀ ਐਕਚੁਅਲੀ ਕੀ ਹੈ, ਜਦੋਂ ਮੋਦੀ ਸਾਹਿਬ ਵਿਚਾਰੇ ਕੁਝ ਕਹਿੰਦੇ ਵੀ ਨਹੀਂ ਨੇ ਤੇ ਉਹਨਾਂ ਦੇ ਕਈ ਫੋਲੋਵਰਸ ਨੇ, ਉਹ ਕੁਛ ਨਾ ਕੁਛ ਕਹਿ ਦਿੰਦੇ ਨੇ। ਸੋ ਉਹਨਾਂ ਨੂੰ ਖਬਰਾਂ 'ਚ ਹਮੇਸ਼ਾ ਰੱਖਦੇ ਨੇ, ਭਾਵੇਂ ਉਹ ਮੀਨ ਕਰਦੇ ਹੋਣ ਨਾ ਕਰਦੇ ਹੋਣ। ਸੋ ਕਈ ਗੱਲਾਂ ਜਿਹੜੀਆਂ ਨੇ ਚੱਲਦੀ ਰਹੀਆਂ। ਹੁਣ ਕਹਿੰਦੇ ਨੇ ਕਿ ਭਾਰਤ ਜਿਹੜਾ ਹੈ ਉਹ ਬਹੁਤ ਛੇਤੀ, ਯਾਨੀ ਕਿ ਆਉਂਦੀ ਸਤੰਬਰ 2 ਨੂੰ ਆਪਣਾ ਸੂਰਜ ਵੱਲ ਨੂੰ ਵੀ ਭੇਜ ਰਹੇ ਨੇ ਜੀ ਕੁਛ ਨਾ ਕੁਛ ਆਪਣਾ। ਆਉਂਦੀ ਸਤੰਬਰ 2 ਜਿਹੜੀ ਹੁਣ 3-4 ਦਿਨਾਂ ਨੂੰ ਆ ਗਈ ਜੀ। ਹਾਂਜੀ ਹਾਂਜੀ ਹਾਂਜੀ, ਤੇ ਉਦੋਂ ਵੀ ਕੁਛ ਇੱਕ ਪ੍ਰੋਜੈਕਟ ਸ਼ੁਰੂ ਹੋ ਜਾਣਾ। ਬੜੀ ਤੇਜ਼ੀ ਨਾਲ ਕੰਮ ਕਰ ਰਹੇ ਆ ਜੀ ਜੀ ਜੀ। ਤੇ ਉਹਨਾਂ ਨੇ ਜਿਹੜਾ ਸੋਲਰ ਮਿਸ਼ਨ ਹੈ, ਇਸਰੋ ਨੇ ਤਰੀਕ ਦਿੱਤੀ ਹੈ ਜੀ 11:50 ਯਾਨੀ ਕਿ ਸਵੇਰੇ 11:50 AM ਤੇ ਸਤੰਬਰ 2 ਨੂੰ ਇਸ ਨੂੰ ਲਾਂਚ ਕਰਨ ਦੀ ਜਿਹੜੀ ਖਬਰ ਆਈ ਹੈ। ਦੇਖੋ ਜਦੋਂ ਆਪਾਂ ਭਾਰਤ ਦੀ ਗੱਲ ਕਰਦੇ ਨਾ ਜੀ, ਭਾਰਤ ਦੀ ਗੱਲ ਕਰਦੇ ਆ, ਦੇਖੋ ਜਿਹੜਾ ਚੰਦ ਦੀ ਤੀਜੀ ਵਾਰੀ ਟਰਾਈ ਕਰੇ ਤੋਂ ਬਾਅਦ ਜੀ 3 ਟਰਾਈਆਂ 'ਚ ਇਹ ਪਹੁੰਚਿਆ ਉੱਥੇ ਜੀ। ਪਹਿਲੀਆਂ 2 ਫੇਲ ਹੋ ਗਈਆਂ ਜੀ। ਹੁਣ ਜਿਹੜੀ ਆਹ ਸਤੰਬਰ 2 ਦੀ ਕਰ ਰਹੇ ਆ, ਇਹ ਤਾਂ ਬੜੀ ਛੇਤੀ ਤਿਆਰੀ ਕਰਤੀ। ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਸਪੀਚ ਦੇ ਵਿੱਚ ਵੀ ਕਿਹਾ ਸੀ ਜਦੋਂ ਲੈਂਡ ਹੋਇਆ ਸੀ ਚੰਦਰਯਾਨ ਕਿ ਜਿਹੜਾ ਅਗਲਾ ਸਟੈਪ ਹੈ, ਅਗਲਾ ਜੋ ਹੋਗਾ ਉਹ ਸੂਰਜ ਕੇ ਹਿਸਾਬ ਸੇ ਹਾਂ, ਉਹ ਤਾਂ ਹੋਊਗਾ। ਪਰ ਜਦੋਂ ਜਿਹੜਾ ਚੰਦ ਤੇ ਜੋ ਹੋਇਆ, ਉਦੋਂ ਜਿਹੜੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਉਦੋਂ ਸਾਊਥ ਅਫਰੀਕਾ ਗਏ ਹੋਏ ਸੀ ਜੀ।
ਹੁਣ ਕਿਤੇ ਇਹ ਨਾ ਹੋਵੇ ਵੀ ਜਿਹੜਾ 2 ਤਰੀਕ ਨੂੰ ਹੋਣਾ ਉਦੋਂ ਚੰਦਰਮਾ ਤੇ ਗਏ ਹੋਣ। ਕੋਈ ਵੱਡੀ ਗੱਲ ਨਹੀਂ ਜੀ, ਚੰਦ ਤੋਂ ਸੂਰਜ ਦੀ ਸਪੀਚ ਦੇਣ, ਚੰਦ ਤੋਂ ਸਪੀਚ ਦੇਣਗੇ। ਸੋ ਬਿਲਕੁਲ ਜੀ, ਇਹ ਜਿਹੜਾ ਆਦਿਤਿਆ L1 ਸਪੇਸਕ੍ਰਾਫਟ ਦੱਸਿਆ ਜਾ ਰਿਹਾ ਹੈ ਇੰਡੀਆ ਦਾ ਪਹਿਲਾ ਸੋਲਰ ਆਬਜ਼ਰਵੇਟਰੀ ਮਿਸ਼ਨ, ਇੰਡੀਆਜ਼ ਫਰਸਟ ਸੋਲਰ ਆਬਜ਼ਰਵੇਟਰੀ ਮਿਸ਼ਨ, ਔਰ ਇਸ ਦੇ ਵਿੱਚ ਇਹਨੂੰ ਵਰਕਹਾਰਸ ਲਾਂਚ ਕੀਤਾ ਜਾਵੇਗਾ। ਇਹ ਜਿਹੜਾ ਵਹੀਕਲ ਦੀ ਗੱਲ ਕਰ ਰਹੇ ਨੇ PSLV ਐਟ ਸ਼੍ਰੀ ਹਰੀਕੋਟਾ, ਇੱਥੇ ਸ਼੍ਰੀ ਹਰੀਕੋਟਾ ਜਿਹੜੀ ਜਗ੍ਹਾ ਉੱਥੇ ਹੋਏਗਾ। ਔਰ ਜਿਹੜੇ ਵਿਕਰਮ ਸਾਰਾਭਾਈ ਸਪੇਸ ਸੈਂਟਰ ਡਾਇਰੈਕਟਰ ਨੇ ਜੀ ਐਸ ਯੂਨੀਕ੍ਰਿਸ਼ਨਨ ਨਾਇਰ, ਉਹਨਾਂ ਨੇ ਕਿਹਾ ਹੈ ਕਿ ਇਸਰੋ ਜਿਹੜਾ ਹੈ ਉਹ ਬਿਲਕੁਲ ਆਪਣੀ ਪ੍ਰੈਪਰੇਸ਼ਨ ਦੇ ਯਾਨੀ ਕਿ ਤਿਆਰੀ ਦੇ ਵਿੱਚ ਫਾਈਨਲ ਫੇਜ਼ ਦੇ ਵਿੱਚ ਪਹੁੰਚ ਗਿਆ ਔਰ ਇਸ ਨੂੰ ਹੁਣ ਲਾਂਚ ਪੈਡ ਮਿਲਣ ਦੀ ਵੇਟ ਹੈ ਜੀ। ਮੇਰਾ ਖਿਆਲ ਛਵੀ ਜੀ ਇਹ ਨਾ ਪਹਿਲਾਂ ਦੀ ਤਿਆਰੀ ਚੱਲਦੀ ਆ ਰਹੀ ਹੈ। ਹਾਂਜੀ, ਇਹ ਕੋਈ ਇਹ ਕਾਫੀ ਸਾਲਾਂ ਤੋਂ ਚੱਲਦਾ ਜੀ, ਹੁਣ ਨਹੀਂ ਹੋਇਆਗਾ ਵੀ ਚੰਦ ਤੋਂ ਬਾਅਦ ਰਾਈਟ ਅਵੇ ਕਰਨਾ। ਇਹ ਪੁਰਾਣਾ ਹੀ ਚੱਲ ਰਿਹਾ ਤੇ ਉਹਦੇ ਨਾਲ ਹੁਣ ਇਹਨਾਂ ਨੂੰ ਹੋ ਗਿਆ ਵੀ ਅਸੀਂ ਉਧਰ ਜੀ ਇੱਕ ਪਾਸੇ ਸਕਸੈਸ ਹੋ ਗਏ ਤੇ ਇਹ ਵੀ ਅਸੀਂ ਕਰ ਲਈ। ਤਿਆਰੀਆਂ ਦੇਖੋ ਕਈ ਸਾਲਾਂ ਤੋਂ ਚੱਲਦੀਆਂ ਹੁੰਦੀਆਂ। ਚੰਦ ਦਾ ਵੀ ਜਿਹੜਾ ਮਿਸ਼ਨ ਹੈ ਉਹ ਤੀਜੀ ਵਾਰ ਜਾ ਕੇ ਕੰਪਲੀਟ ਹੋਇਆ ਔਰ ਕਿੰਨੇ ਹੀ ਸਾਲ ਹੋ ਗਏ, ਕਿੰਨੀ ਜਨਰੇਸ਼ਨਸ ਲੱਗ ਗਈਆਂ ਜੀ, ਜਿਸ ਦੇ ਵਿੱਚ ਇਸਰੋ ਦੀ ਇੱਕ ਬਹੁਤ ਵੱਡੀ ਅਚੀਵਮੈਂਟ ਹੈ। ਔਰ ਹੁਣ ਜਿਹੜਾ ਹੈ ਸਪੇਸਕ੍ਰਾਫਟ ਤੋਂ ਲੈ ਕੇ ਹਰ ਚੀਜ਼ ਜਿਹੜੀ ਹੈ ਉਹ ਰੈਡੀ ਹੈ ਦੱਸੀ ਜਾ ਰਹੀ ਹੈ ਔਰ ਇਹ ਮਿਸ਼ਨ ਨੂੰ ਛੇਤੀ ਕੀਤਾ ਜਾਵੇਗਾ। ਔਰ ਇੰਡੀਆ ਦੀ 5th ਬਿਗੇਸਟ ਮਿਸ਼ਨ ਜਿਹੜੀ ਹੈ ਮੰਗਲਯਾਨ ਪ੍ਰੋਗਰਾਮ ਤੋਂ ਬਾਅਦ ਔਰ 3 ਲੂਨਰ ਮਿਸ਼ਨਸ ਤੋਂ ਬਾਅਦ ਇਹ ਸਭ ਤੋਂ ਵੱਡਾ ਇੱਕ ਪ੍ਰੋਜੈਕਟ ਹੈ ਉਹ ਦੱਸਿਆ ਜਾ ਰਿਹਾ ਹੈ। ਔਰ ਸਾਰਾ ਕੁਝ ਜਿਵੇਂ ਹੈ ਉਹ ਦੱਸਿਆ ਜਾ ਰਿਹਾ ਕਿ ਸਪੇਸਕ੍ਰਾਫਟ ਤੋਂ ਲੈ ਕੇ ਹਰ ਚੀਜ਼ ਜਿਹੜੀ ਹੈ ਉਹ ਬਿਲਕੁਲ ਰੈਡੀ ਹੈ। ਔਰ ਜਿੱਥੇ ਸੂਰਜ ਔਰ ਧਰਤੀ ਦੇ ਵਿੱਚ 1.5 ਮਿਲੀਅਨ ਕਿਲੋਮੀਟਰ ਦਾ ਜਿਹੜਾ ਡਿਸਟੈਂਸ ਵੀ ਹੈ ਉਹਨੂੰ ਲੈ ਕੇ ਸਾਰਾ ਕੁਝ ਜਿਹੜਾ ਸਟੱਡੀ ਕਰ ਲਿਆ ਗਿਆ ਹੈ ਤੇ ਛੇਤੀ ਤੋਂ ਛੇਤੀ ਯਾਨੀ ਕਿ ਸਤੰਬਰ 2 ਨੂੰ ਇਸ ਨੂੰ ਲਾਂਚ ਕੀਤਾ ਜਾਵੇਗਾ। ਫਿਰ ਦੇਖਦੇ ਹਾਂ ਜੀ ਇਹਨੂੰ ਟਾਈਮ ਕਿੰਨਾ ਲੱਗਦਾ ਉਹ ਡਿਸਟੈਂਸ ਕਵਰ ਕਰਨ ਨੂੰ, ਹੋਰ ਕਈ ਚੀਜ਼ਾਂ ਨੇ, ਫਿਰ ਉਸ ਤੋਂ ਬਾਅਦ ਉਹ ਉੱਥੇ ਪਹੁੰਚਦਾ ਹੈ, ਕਿਵੇਂ ਹੁੰਦਾ ਕਿਵੇਂ ਨਹੀਂ ਹੁੰਦਾ। ਸੋ ਮੈਨੂੰ ਲੱਗਦਾ ਭਾਜੀ ਬਹੁਤ ਵੱਡੀ ਅਚੀਵਮੈਂਟ ਹੈ। ਜਿਸੇ ਟੈਕਨੀਕਲ ਐਸਪੈਕਟਸ ਤੇ ਜਾਵਾਂਗੇ ਉਹ ਸਾਨੂੰ ਹਜੇ ਇੱਕ ਆਮ ਜਨਤਾ ਨੂੰ ਸਮਝ ਨਹੀਂ ਆਣਾ। ਦੇਖੋ ਇਹ ਬਹੁਤ ਵੱਡੀ ਅਚੀਵਮੈਂਟ ਹੈ। ਇਹ ਦੇਖੋ ਜਿਹੜਾ ਜਦੋਂ ਦੁਨੀਆ 'ਚ ਆਪਾਂ ਗੱਲ ਕਰਦੇ ਆ ਨਾ ਜੀ, ਦੁਨੀਆ ਦੇ ਲੈਵਲ ਤੇ ਜੋ ਇੰਡੀਆ ਨੇ ਕਰਿਆ ਹੈ ਜੀ, ਇਹ ਤਾਂ ਅਨਬਲੀਵੇਬਲ ਹੈ ਜੀ ਬਿਲਕੁਲ। ਸੋ ਮੈਨੂੰ ਲੱਗਦਾ ਭਾਜੀ ਵੈਸੇ ਕਿੰਨਾ ਔਖਾ ਹੋਊਗਾ ਨਾ, ਕਿਉਂਕਿ ਜਿਹੜੀ ਧਰਤੀ ਹੈ ਉਹ ਸੂਰਜ ਦੇ ਇਰਦ ਗਿਰਦ ਘੁੰਮਦੀ ਹੈ। ਉੱਥੋਂ ਇੱਕ ਜਦੋਂ ਚੀਜ਼ ਨਿਕਲੂਗੀ ਉਹ ਤੁਸੀਂ ਸੋਚੋ ਘੁੰਮਦੀ ਪਈ ਹੈ ਉਹਦੇ ਇਰਦ ਗਿਰਦ, ਉੱਥੋਂ ਨਿਕਲੀ ਚੀਜ਼ ਕਦੋਂ ਉੱਥੇ ਪਹੁੰਚੇਗੀ, ਕਿਵੇਂ ਪਹੁੰਚੇਗੀ, ਉਸ ਟਾਈਮ ਉਹ ਸੂਰਜ ਕਿਵੇਂ ਹੋਊਗਾ, ਕਿੱਥੇ ਹੋਊਗਾ, ਮਤਲਬ ਉੱਥੇ ਹੀ ਹੋਊਗਾ। ਖੈਰ ਪਰ ਉਹ ਕਿਵੇਂ ਜਿਹੜਾ ਡਿਸਟੈਂਸ ਕਵਰ ਕਰੀ, ਕਿਵੇਂ ਉੱਥੇ ਪਹੁੰਚੂਗੀ, ਉੱਥੇ ਪਹੁੰਚ ਕੇ ਕਿਵੇਂ ਮਤਲਬ ਇਹ ਮਿਸ਼ਨ ਹੋਊਗਾ ਕੀ ਭਾਜੀ, ਉੱਥੇ ਸੈਟੇਲਾਈਟ ਦੇ ਕੋਲ ਰੁਕੂਗੀ ਜਾਂ ਉਹਦੇ ਉੱਪਰ ਜਾ ਤਾਂ ਸਕਦੇ ਨਹੀਂ ਹੈ, ਕੀ ਮਟੀਰੀਅਲ ਦਾ ਬਣੂਗਾ, ਇਹ ਆਪਾਂ ਸਮਝ ਤੋਂ ਬਾਹਰ ਹੈ। ਮੋਦੀ ਸਾਹਿਬ ਤੋਂ ਪਹਿਲਾਂ ਪਰਮਿਸ਼ਨ ਲੈ ਕੇ ਨਾਲ ਚਲੇ ਚੱਲਾਂਗੇ ਅਸੀਂ, ਸਾਡੇ ਕੋਲ ਤਾਂ 에ਅਰਕ੍ਰਾਫਟ ਹੈਗਾ, ਇਹਨੂੰ ਸਪੇਸ ਸਟੇਸ਼ਨ ਜੋ ਮਰਜ਼ੀ ਬਣਾ ਸਕਦਾ, ਰਾਤ ਹੀ ਖਿੰਡ ਜਾਊਗੀ। ਉਹੀ ਮੈਂ ਕਹਿ ਰਿਹਾ। ਪਰ ਵਾਕਈ ਜਿਹੜਾ ਇਹ ਅਨਬਲੀਵੇਬਲ ਚੀਜ਼ਾਂ ਨੇ ਹਨਾ, ਕਿ ਸੂਰਜ ਦੇ ਕੋਲ ਤੁਸੀਂ ਜਾ ਸਕਦੇ ਹੋ, ਚੰਦ ਤੇ ਤੁਸੀਂ ਜਾ ਕੇ ਲੈਂਡ ਕਰ ਸਕਦੇ ਹੋ। ਤੇ ਸ਼ਵੀ ਜੀ ਸਿੰਪਲ ਜੀ ਗੱਲ ਆ, ਦੇਖੋ ਧਰਤੀ ਏਦਾਂ ਘੁੰਮਦੀ ਹੈ। ਬਿਲਕੁਲ। ਹੁਣ ਪਲੇਨ ਹੈ ਜਿਹੜਾ ਜੀ ਕੈਲਗਰੀ ਤੋਂ ਉੱਡਦਾ ਜਾਂ ਵੈਨਕੂਵਰ ਤੋਂ ਉੱਡਦਾ ਦਿੱਲੀ ਜਾਣ ਵਾਸਤੇ ਜੀ, ਉਹ ਸਾਰਾ ਕੁਝ ਪ੍ਰੋਗਰਾਮ ਹੋਇਆ ਹੋਇਆ ਨਾ, ਇਸੇ ਕਰਕੇ ਲੈਂਡ ਹੁੰਦਾ ਜਾ ਕੇ। ਕਿਆ ਟੈਕਨੋਲੋਜੀ ਤੁਸੀਂ ਦੇਖੋ, ਸਪੋਜ਼ ਕਰੋ 12 AM ਤੁਸੀਂ ਇੱਥੋਂ ਉੱਡੇ ਹੋ, ਅੱਜ ਦੀ ਤਰੀਕ ਸਮਝ ਲਓ 29 ਅਗਸਤ, ਤੁਸੀਂ ਕਈ ਵਾਰ ਦੂਜੇ ਦੇਸ਼ ਚ ਪਹੁੰਚਦੇ ਹੋ 12 ਘੰਟੇ ਸਫ਼ਰ ਤੋਂ ਬਾਅਦ, ਉੱਥੇ ਵੀ ਇਹੀ ਤਰੀਕ ਤੇ ਇਹੀ ਡੇਟ ਹੋਈ ਹੁੰਦੀ ਹੈ। ਇੱਥੇ ਦਿਨੇ ਤੁਸੀਂ ਨਿਕਲੇ ਹੋ, ਸਪੋਜ਼ ਕਰੋ ਟਾਈਮ ਜ਼ੋਨ ਨਾਲ ਮਤਲਬ ਇੱਕ ਫਲਾਈਟ ਕਿੰਨੇ ਟਾਈਮ ਜ਼ੋਨਸ ਉਹ ਕ੍ਰਾਸ ਕਰਕੇ ਬਿਲਕੁਲ ਆਲ ਅਕ੍ਰਾਸ ਦਾ ਬਾਰਡਰ, ਆਲ ਅਕ੍ਰਾਸ ਦਾ ਗਲੋਬ ਦੂਜੇ ਦੇਸ਼ ਚ ਜਾਂਦੀ ਹੈ ਹਨਾ। ਸਪੈਸ਼ਲੀ ਕੈਨੇਡਾ ਔਰ ਇੰਡੀਆ ਦੀ ਗੱਲ ਕਰੀਏ ਤੁਸੀਂ ਦੇਖੋ, ਨਹੀਂ ਕੈਨੇਡਾ ਇੰਡੀਆ ਨੂੰ ਛੱਡ ਦਿਓ, ਆਸਟ੍ਰੇਲੀਆ ਦੀ ਕਰ ਲਓ ਗੱਲ, ਕਿਤੇ ਵੀ ਆਸਟ੍ਰੇਲੀਆ ਆਲਮੋਸਟ 24 ਘੰਟੇ ਦਾ ਫਰਕ, ਬਿਲਕੁਲ 24 ਘੰਟੇ ਦਾ ਫਰਕ ਹੈ। ਤੁਸੀਂ ਸੋਚੋ ਕਿ ਇੱਥੋਂ ਉੱਥੇ ਜੇ ਜਾਣਾ ਹੋਵੇ ਔਰ ਜੇ ਡਾਇਰੈਕਟ ਫਲਾਈਟ ਹੋਵੇ, ਤੁਸੀਂ ਸੋਚੋ ਕਿੰਨੇ ਟਾਈਮ ਜ਼ੋਨਸ ਨੇ, ਕਿੰਨੀਆਂ ਕੰਟਰੀਆਂ ਨੇ, ਕਿੰਨੇ ਸਮੁੰਦਰ ਨੇ, ਕਿੰਨਾ ਕੁਛ ਹੈ। ਬਿਲਕੁਲ ਉਹਨੂੰ ਅਸੀਂ ਕ੍ਰਾਸ ਕਰਕੇ ਕੁਝ 17-18 ਘੰਟੇ 20 ਘੰਟੇ ਚ ਬਿਲਕੁਲ ਪਹੁੰਚ ਜਾਂਦੇ ਆ। ਉੱਥੇ ਜਾਂਦੇ ਆ, ਟਾਈਮ ਜ਼ੋਨ ਉਹੀ ਹੁੰਦਾ ਜਿਹੜੇ ਟਾਈਮ ਜ਼ੋਨ ਤੋਂ ਤੁਸੀਂ ਇੱਥੇ ਚੱਲੇ ਸੀਗੇ। ਬਿਲਕੁਲ ਕਮਾਲ ਹੈ ਸਾਇੰਸ ਦੀ ਤਾਂ। ਸੋ ਸਾਇੰਸ ਨੂੰ ਵਾਕਈ ਸਾਡੇ ਵੱਲੋਂ ਸਲਾਮ ਹੈ ਜੀ, ਬਹੁਤ ਵਧੀਆ ਤਰੱਕੀ ਕਰ ਰਹੇ ਹੋ। ਔਰ ਮੋਬਾਈਲ ਫੋਨਸ ਤੋਂ ਲੈ ਕੇ ਸੋਲਰ ਕਾਰਸ ਤੋਂ ਲੈ ਕੇ ਅੱਜ ਕੱਲ
ਇਲੈਕਟ੍ਰਿਕ ਕਾਰਸ ਤਾਂ ਹੋ ਚੁੱਕੇ, ਹੁਣ ਜੋ ਸੋਲਰ ਕੁਝ ਕਾਰਸ ਦੀ ਆਪਾਂ ਗੱਲ ਕਰ ਰਹੇ ਹਾਂ ਸਾਇੰਸ ਕਰਕੇ ਹੀ ਕਰ ਰਹੇ ਹਾਂ, ਸਾਇੰਸ ਕਰਕੇ ਕਰ ਰਹੇ, ਤੁਹਾਡੇ ਤੱਕ ਜਿਹੜੇ ਪਹੁੰਚ ਰਹੇ ਹਾਂ ਅਸੀਂ ਬਿਲਕੁਲ ਸਾਇੰਸ ਹੀ ਹੈ, ਸਾਇੰਸ ਕਰਕੇ ਹੈ। ਕਿਤੇ ਵੀ ਬਹਿ ਕੇ ਤੁਸੀਂ ਲਾਈਵ ਗੱਲਬਾਤ ਕਰ ਸਕਦੇ ਹੋ, ਕਿਤੇ ਵੀ ਤੁਸੀਂ ਬਹਿ ਕੇ ਲਾਈਵ ਤੁਸੀਂ ਟੈਲੀਕਾਸਟ ਕਰ ਸਕਦੇ ਹੋ। ਇਹ ਤਾਂ ਕਾਫੀ ਸਾਲ ਪਹਿਲਾਂ ਟੈਕਨੋਲੋਜੀ ਆ ਗਈ ਸੀ, ਤੁਸੀਂ ਸੋਚੋ ਜੋ ਲਾਈਵ ਮੈਚਸ ਵੀ ਹੁੰਦੇ ਸੀ, ਰੇਡੀਓ ਤੇ ਕਮੈਂਟਰੀ ਵੀ ਹੁੰਦੀ ਸੀ। ਸੋ ਟੈਕਨੋਲੋਜੀ ਇਜ਼ ਆਲਵੇਜ਼ ਬੂਮਿੰਗ, ਪਰ ਇਹ ਹੈ ਕਿ ਆਮ ਜਨਤਾ ਤੱਕ ਹੁਣ ਥੋੜੀ ਬਹੁਤ ਜਿਹੜੀ ਸਮਝਣ ਆਉਣ ਲੱਗ ਗਈ, ਕਿਉਂਕਿ ਦੁਨੀਆ ਛੋਟੀ ਹੁੰਦੀ ਜਾ ਰਹੀ ਹੈ ਮੋਬਾਈਲ ਫੋਨਸ ਕਰਕੇ। ਬਿਲਕੁਲ ਹਰ ਚੀਜ਼ ਨੂੰ ਤੁਸੀਂ ਗੂਗਲ ਕਰ ਸਕਦੇ ਹੋ। ਸੋ ਭਾਜੀ ਕੱਲ ਨੂੰ ਫਿਰ ਹੋਏਗੀ ਮੁਲਾਕਾਤ ਸਵੇਰ 8 ਵਜੇ, ਸੁਬਾਹ 8 ਵਜੇ ਵਿਦ ਫੁੱਲ એનર્ਜੀ। ਨਹੀਂ એનર્ਜੀ ਤਾਂ ਅੱਜ ਵੀ ਹੈਗੀ ਹੈ ਪੂਰੀ। ਠੀਕ ਹੈ, ਸਿਰਫ ਕਾਫੀ ਦੀ ਘਾਟ। ਕੋਈ ਨਹੀਂ, ਤੁਹਾਨੂੰ ਹੁਣ ਕਾਫੀ ਪਿਲਾਉਂਦੇ ਆ, એનર્ਜੀ ਕਰਾਉਂਦੇ ਆ, ਇੱਕ ਅੱਧਾ ਟਾਕ ਸ਼ੋ ਹੋਰ ਕਰਵਾਉਂਦੇ ਆ ਭਾਈ ਤੋਂ। ਥੈਂਕ ਯੂ ਸੋ ਮਚ ਭਾਜੀ ਅੱਜ ਲਈ। ਓਕੇ ਜੀ, ਧੰਨਵਾਦ ਜੀ, ਧੰਨਵਾਦ ਤੁਹਾਡੇ ਸਾਰਿਆਂ ਦਾ ਜਿਹੜੇ ਪ੍ਰੋਗਰਾਮ ਰਾਹੀਂ ਸਾਡੇ ਨਾਲ ਜੁੜੇ। ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ, ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕੋਈ ਵੀ ਕਮੈਂਟ ਕਰਕੇ ਸਾਡੇ ਤੱਕ ਗੱਲਬਾਤ ਪਹੁੰਚਾ ਸਕਦੇ ਹੋ। ਜੇ ਤੁਸੀਂ ਸੋਸ਼ਲ ਮੀਡੀਆ ਦੇਖ ਰਹੇ ਹੋ ਔਰ ਜੇ ਤੁਸੀਂ IPTV ਤੇ ਦੇਖ ਰਹੇ ਹੋ, ਸਾਡੇ ਚੈਨਲ ਨੂੰ ਫੇਵਰੇਟ ਜ਼ਰੂਰ ਕਰਨਾ ਨਾ ਭੁੱਲਿਓ, ਤਾਂ ਜੋ ਤੁਹਾਨੂੰ ਬਾਰ-ਬਾਰ ਲੱਭਣਾ ਨਾ ਪਵੇ ਤੇ ਇਤਮਾਨਾਨ ਨਾਲ ਤੁਸੀਂ ਹਮੇਸ਼ਾ ਸਾਡੇ ਪ੍ਰੋਗਰਾਮ, ਕੋਈ ਵੀ ਸਾਡਾ ਪ੍ਰੋਗਰਾਮ ਮਿਸ ਨਾ ਕਰ ਸਕੋ। ਸਾਡੇ ਹਰ ਪਲੇਟਫਾਰਮ ਤੇ ਸਾਡੇ ਪੇजेस ਨੂੰ ਫੋਲੋ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ, ਔਰ ਇਦਾਂ ਹੀ ਸਾਨੂੰ ਪਿਆਰ ਦਿੰਦੇ ਰਹੋ ਜੀ। ਕੱਲ ਸਵੇਰੇ ਹੋਏਗੀ 8 ਵਜੇ ਫਿਰ ਮੁਲਾਕਾਤ। ਆਪਣਾ ਧਿਆਨ ਰੱਖੋ ਜੀ, ਸਵਸਥ ਰਹੋ, ਮਸਤ ਰਹੋ ਔਰ ਦੇਖਦੇ ਰਹੋ BTV। ਬੀ ਪੋਜ਼ਿਟਿਵ, ਬੀ yourself।